ਤੇ ਕੋਵਿਡ ਤੋਂ ਬਾਅਦ ਕੁਝ ਸਟੱਡੀਜ਼ ਹੋਈਆਂ ਹੈਗੀਆਂ ਨੇ, ਖਾਸ ਕਰਕੇ ਦੇਖਿਆ ਗਿਆ ਜਿਵੇਂ ਜਿਵੇਂ ਲੋਕਾਂ ਦੇ ਹਾਰਟ ਵੀਕ ਹੋਏ, ਹਾਰਟ ਫੇਲਰ 'ਚ ਜਾ ਸਕਦੇ ਨੇ। ਤੇ ਜਿਹੜੀ ਪਹਿਲਾਂ ਵਿਮਨ ਦੇ ਵਿੱਚ ਸੀਗੇ ਉਹਨਾਂ ਨੇ ਇਹ ਪਾਇਆ ਕਿ ਜੇ 3-4 ਵਿਮਨਸ ਆਈਆਂ ਕੋਵਿਡ ਦੀ ਇੱਕ ਪੁਆਇੰਟ ਆਫ ਟਾਈਮ 'ਚ, ਤੇ ਉਹਨਾਂ ਚਾਰਾਂ ਵਿੱਚੋਂ ਐਟਲੀਸਟ 1 ਵਿਮਨ ਵਾਜ਼ ਐਕਚੁਅਲੀ ਅਫੈਕਟਡ ਬਾਏ ਵੀਕ ਹਾਰਟ ਜਾਂ ਜਿਹੜੇ ਹਾਰਟ ਫੇਲਰ ਨੂੰ ਜਾਣ ਦੇ ਵਿੱਚ ਪ੍ਰੋਨ ਸੀਗੇ। ਪਰ ਕੋਵਿਡ ਤੋਂ ਬਾਅਦ ਜਿਵੇਂ ਤੁਸੀਂ ਹੁਣ ਸਟੱਡੀ ਪ੍ਰੈਜ਼ੈਂਟ ਕੀਤੀ ਹੈ, ਉਸ ਵਿੱਚ ਹੁਣ ਦੱਸਿਆ ਗਿਆ ਹੈ ਕਿ ਕੋਵਿਡ ਤੋਂ ਬਾਅਦ ਇਹ ਚੀਜ਼ ਵੱਧ ਗਈ ਹੈ। ਕਿੰਨੇ ਪ੍ਰਤੀਸ਼ਤ ਵੱਧ ਗਈ ਹੈ? ਦੇਖੋ ਇਸ ਤਰ੍ਹਾਂ ਐਗਜ਼ੈਕਟਲੀ ਤਾਂ ਪ੍ਰਤੀਸ਼ਤ ਤੁਹਾਨੂੰ ਦੱਸਣਾ ਕਾਫੀ ਜ਼ਿਆਦਾ ਉਹਦਾ ਡਾਟਾ ਐਕਿਊਮੂਲੇਟ ਹੋ ਰਿਹਾ, ਉਹਨੂੰ ਦੇਖ ਕੇ ਅਸੀਂ ਤੁਹਾਨੂੰ ਦੱਸ ਸਕਾਂਗੇ। ਬਟ ਡੈਫੀਨੇਟਲੀ 5 to 10% ਇੰਕਰੀਜ਼ ਤਾਂ ਆਈ ਵੁੱਡ ਸੇ ਇਟ ਮਸਟ ਬੀ ਦੇਅਰ ਇਨ ਅ ਗਿਵਨ ਪੋਪੂਲੇਸ਼ਨ। ਜੇ ਮੈਨ ਆਫ ਦਾ ਹਾਊਸ ਨੂੰ ਕੋਈ ਪ੍ਰੋਬਲਮ ਹੁੰਦੀ ਹੈ, ਉਹ ਅਰਨਿੰਗ ਹੁੰਦਾ ਹੈ, ਬ੍ਰੈਡ ਵਿਨਰ ਹੁੰਦਾ ਹੈ, ਸਾਰੀ ਦੁਨੀਆ ਭੱਜ ਕੇ ਜਾਂਦੀ ਹੈ। ਇੱਕ ਲੇਡੀ ਲਈ ਉਹ ਕੇਅਰ ਰਿਲੇਟਿਵਲੀ ਡਿਨਾਈਡ ਹੁੰਦੀ ਹੈ। ਸ਼ਾਇਦ ਸ਼ਹਿਰਾਂ ਦੇ ਵਿੱਚ ਸ਼ਾਇਦ ਇਹ ਚੀਜ਼ ਇੰਨੀ ਜ਼ਿਆਦਾ ਨਹੀਂ, ਲੇਕਿਨ ਪਿੰਡਾਂ ਦੇ ਵਿੱਚ ਜਿਹੜੇ ਬਿਲਕੁਲ ਅੰਦਰ ਜਾ ਕੇ ਦੇਖਿਆ ਜਾਏ ਤਾਂ ਇੱਕ ਵਿਮਨ ਦੀ ਹੈਲਥ ਨੂੰ ਤਾਂ ਕਾਫੀ ਨਿਗਲੈਕਟ ਕੀਤਾ ਜਾਂਦਾ ਹੈ। ਇੱਕ ਚੀਜ਼ ਆ ਸਮਝਣੀ ਜ਼ਰੂਰੀ ਹੈ ਕਿ ਇੱਕ ਵਿਮਨ ਦੀ ਲਾਈਫ ਦੇ ਵਿੱਚ ਜਦੋਂ ਮੀਨੋਪੌਜ਼ਲ ਸਟੇਜ ਆਉਂਦੀ, ਮੀਨੋਪੌਜ਼ਲ ਜਦੋਂ ਉਹਦੀ ਮਾਸਿਕ ਕਿਰਿਆ ਜਿਹੜਾ ਮਾਸਿਕ ਕ੍ਰਮ ਆਉਂਦਾ ਉਹ ਆਉਣਾ ਬੰਦ ਹੋ ਜਾਵੇ, ਉਸ ਤੋਂ ਬਾਅਦ ਵਾਲੀ ਜਿਹੜੀ ਫੇਜ਼ ਹੈ ਉਹਦੇ ਵਿੱਚ ਵੂਮਨ ਨੂੰ ਹਾਰਟ ਦੀ ਪ੍ਰੋਬਲਮ ਹੋਣ ਦੇ ਚਾਂਸਸ ਜਿਹੜੇ ਨੇ ਉਹ ਮਚ ਮੋਰ ਹੁੰਦੇ ਹੈ। ਤੇ ਸਟ੍ਰੈਸ ਜਿਹੜਾ ਕਾਮਨ ਫੈਕਟਰ ਹੈ। ਅਸੀਂ ਇੱਥੇ ਓਪੀਡੀ ਬੈਠਦੇ ਹਾਂ, ਆਈ ਮੀਨ ਜੇ ਪ੍ਰੋਪਰ ਸਟੱਡੀ ਕਰੀਏ ਮੈਨ ਆਰ ਆਲਸੋ ਇਕੁਅਲੀ ਸਟ੍ਰੈਸਡ। ਇਹ ਗੱਲ ਨਹੀਂ ਕਿ ਉਹਨਾਂ ਨੂੰ ਸਟ੍ਰੈਸ ਨਹੀਂ ਹੈ, ਤੇ ਸਟ੍ਰੈਸ ਇੱਕ ਫੈਕਟਰ ਹੁੰਦਾ ਹੈਗਾ ਜਿਹੜਾ ਕਿ ਕੰਟਰੀਬਿਊਟ ਕਰਦਾ ਹੈਗਾ। ਸੋ ਆਫ ਕੋਰਸ ਸਟ੍ਰੈਸ ਫ੍ਰੀ ਰਹਿਣਾ ਜ਼ਰੂਰੀ ਹੈ। ਜੇ ਪ੍ਰੈਗਨੈਂਸੀ ਦੇ ਵਿੱਚ ਦਿੱਕਤ ਹੋਏ ਤਾਂ ਇੰਪੋਰਟੈਂਟ ਹੈ ਹੀ ਹੈ। ਅੱਜ ਕੱਲ੍ਹ ਕਿੰਨੇ ਇਨਫਰਟਾਈਲ ਕਪਲਸ ਨੇ ਤੁਸੀਂ ਦੇਖੋ, ਹੈ ਨਾ, ਇੰਨਾ ਇਨਫਰਟੀਲਿਟੀ ਰੇਟ ਹੈ, ਤੇ ਇੰਨੀ ਜ਼ਿਆਦਾ ਮੈਡੀਸਿਨਸ ਕਈ ਵਾਰੀ ਹਾਰਮੋਨਲ ਪ੍ਰੈਪਰੇਸ਼ਨਸ ਤੇ ਹੋਰ ਵੀ ਇੰਨੇ ਜ਼ਿਆਦਾ ਡਰੱਗਸ ਲੈਂਦੇ ਨੇ, ਠੀਕ ਹੈ, ਜਿਹੜੇ ਕਿ ਹਾਰਮੋਨਸ ਹੁੰਦੇ ਨੇ, ਕਈ ਵਾਰੀ ਇਹ BP ਵਧਾਉਣ ਦਾ ਪ੍ਰੋਬਲਮ, ਕਲੌਟ ਕ੍ਰੀਏਟ ਕਰਨ ਦਾ ਪ੍ਰੋਬਲਮ ਕਰ ਸਕਦੇ ਨੇ। ਜੇ ਵਿਮਨ ਆਪਣੀ ਐਕਟੀਵਿਟੀ ਲੈਵਲ ਦਾ, ਆਪਣੀ ਸੈਰ ਦਾ, ਇੱਕ ਰੈਗੂਲਰ ਨਿਤਨੇਮ ਦਾ ਧਿਆਨ ਰੱਖੇ ਤਾਂ ਕਾਫੀ ਚਾਂਸਸ ਹੈ ਕਿ ਇਹ ਮੋਟਾਪਾ ਵੀ ਨਾ ਹੋਵੇ, ਵੇਟ ਵੀ ਕੰਟਰੋਲ ਰਵੇ, ਤੇ ਕਾਫੀ ਚੀਜ਼ਾਂ ਦੀ ਜਿਹੜੀ ਜੜ ਹੈ ਉਹ ਸੈਟਲ ਹੋ ਜਾਂਦੀ ਹੈ। BP, ਸ਼ੂਗਰ, ਹਾਰਟ ਦੀ ਪ੍ਰੋਬਲਮ ਸਾਰੀਆਂ ਕਿਤੇ ਨਾ ਕਿਤੇ ਮੋਟਾਪੇ ਤੇ ਇਨਐਕਟੀਵਿਟੀ ਦੇ ਨਾਲ ਲਿੰਕਡ ਹੈ। ਲਾਈਕ ਹਾਰਟ ਪ੍ਰੋਬਲਮ ਹੁੰਦੀ ਤੇ ਉਸ ਦੇ ਨਾਲ ਜਿਹੜੀ ਹੋਰ ਵੀ ਬੋਡੀ ਪਾਰਟਸ ਤੇ ਇਫੈਕਟ ਪੈਂਦਾ ਹੈ। ਡੈਫੀਨੇਟਲੀ ਦੇਖੋ, ਜੇ ਬੋਡੀ ਤਾਂ ਆਫਟਰ ਆਲ ਕਨੈਕਟਡ ਹੀ ਹੈ। ਜੇ ਹਾਰਟ ਪ੍ਰੋਬਲਮ ਹੋਵੇ, ਹੈ ਨਾ, ਤੇ ਹਾਰਟ ਜ਼ਿਆਦਾ ਵੀਕ ਹੋ ਜਾਵੇ, BP ਲੋ ਹੋਵੇ, ਉਹ ਕਿਡਨੀ 'ਤੇ ਵੀ ਅਸਰ ਪਾ ਸਕਦਾ ਹੈਗਾ, ਲਿਵਰ 'ਤੇ ਵੀ ਅਸਰ ਪਾ ਸਕਦਾ ਹੈ, ਤੇ ਮਲਟੀ ਸਿਸਟਮ ਇਨਵੋਲਵਮੈਂਟ ਤਾਂ ਹੋ ਹੀ ਸਕਦੀ ਹੈ। ਇਹ ਯੂਜੂਅਲੀ ਤਾਂ ਹੁੰਦਾ ਜਦੋਂ ਕੋਈ ਬਹੁਤ ਜ਼ਿਆਦਾ ਸੀਰੀਅਸ ਜਾਂ ਬਹੁਤ ਜ਼ਿਆਦਾ ਸਿੱਕ ਹੋਵੇ ਜਾਂ ਅੱਗੇ ਵਾਲੀ ਸਟੇਜ 'ਤੇ ਜਾ ਚੁੱਕੀ ਹੋਵੇ ਹਾਰਟ। ਦੇਖੋ ਸਾਡੇ ਪੰਜਾਬ ਦੇ ਵਿੱਚ, ਨਾਰਥ ਇੰਡੀਆ ਦੇ ਵਿੱਚ ਮੈਕਸਿਮਮ ਕੇਸਿਸ ਹੈ ਵੀਕ ਹਾਰਟ ਦੇ। ਅਸੀਂ ਕੈਪੀਟਲ ਹੈਗੇ ਹੈ ਐਲਕੋਹਲਿਕ ਕਾਰਡੀਓਮਾਇਓਪੈਥੀ, ਯਾਨੀ ਐਲਕੋਹਲ ਕਰਕੇ ਵੀਕ ਹੋਏ ਹਾਰਟ ਦਾ। ਲਿਵਰ ਨੂੰ ਤਾਂ ਇਨਵੋਲਵ ਕਰਦਾ ਹੈ, ਹਾਰਟ ਨੂੰ ਵੀ, ਤੇ ਦੂਰ ਰਹਿਣਾ ਇਹਨਾਂ ਚੀਜ਼ਾਂ ਦੇ ਸੇਵਨ ਤੋਂ। ਸਤਿ ਸ਼੍ਰੀ ਅਕਾਲ, ਤੁਸੀਂ ਰੋਜ਼ਾਨਾ ਟਾਈਮਸ, ਮੈਂ ਸ਼ੁਭਪ੍ਰੀਤ ਕੌਰ। ਅੱਜ ਕੱਲ੍ਹ ਲੇਡੀਜ਼ ਵਿੱਚ ਵੀ ਜਿਹੜੀਆਂ ਨੇ ਕਾਫੀ ਹਾਰਟ ਪ੍ਰੋਬਲਮਸ ਜਿਹੜੀਆਂ ਨੇ ਵੱਧ ਰਹੀਆਂ ਨੇ, ਕਿ ਕੋਵਿਡ ਤੋਂ ਬਾਅਦ ਜਿਹੜੀ ਹੈ ਕਿ ਕਾਫੀ ਪ੍ਰੋਬਲਮਸ ਜਿਹੜੀਆਂ ਨੇ ਲੇਡੀਜ਼ ਵਿੱਚ, ਤੇ ਸਾਇਲੈਂਟ ਪ੍ਰੋਬਲਮਸ ਜਿਹੜੀਆਂ ਨੇ ਉਹ ਜ਼ਿਆਦਾ ਵੱਧ ਰਹੀਆਂ ਨੇ। ਤੇ ਅੱਜ ਥੋੜੀ ਲੇਡੀਜ਼ ਦੀ ਹਾਰਟ ਰਿਲੇਟਡ ਪ੍ਰੋਬਲਮਸ ਬਾਰੇ ਆਪਾਂ ਡਿਸਕਸ਼ਨ ਕਰਾਂਗੇ ਕਿ ਕੀ ਬੇਸਿਕ ਰੀਜ਼ਨ ਹੋ ਸਕਦੇ ਨੇ ਇਸ ਚੀਜ਼ ਦੇ, ਤੇ ਨਾਲ ਹੀ ਕੀ ਡਾਈਟ ਹੋਣੀ ਚਾਹੀਦੀ ਹੈ ਇਸ ਨੂੰ ਲੈ ਕੇ ਕਿ ਲੇਡੀਜ਼ ਜਿਹੜੀਆਂ ਨੇ ਉਹ ਵੀ ਆਪਣਾ ਬਚਾਅ ਕਰ ਸਕਣ। ਤੇ ਸਾਡੀ ਇਸ ਵੀਡੀਓ ਰਾਹੀਂ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਤੁਸੀਂ ਕਿੱਦਾਂ ਆਪਣਾ ਬਚਾਅ ਕਰ ਸਕਦੇ ਹੋ ਤੇ ਘਰ ਬੈਠੇ ਹੀ ਜਿਹੜਾ ਹੈ ਆਪਣਾ ਇਲਾਜ ਕਰ ਸਕਦੇ ਹੋ, ਸੋ ਦੈਟ ਤੁਸੀਂ ਵੀ ਜਿਹੜੀ ਅਜਿਹੀ ਪ੍ਰੋਬਲਮਸ ਨੇ ਉਹਨਾਂ ਤੋਂ ਬਚ ਸਕੋ ਤੇ ਤੁਹਾਡੀ ਲਾਈਫ ਕਾਜ਼ਿੰਗ ਕੋਈ ਪ੍ਰੋਬਲਮ ਨਾ ਆਵੇ। ਤੇ ਸਾਡੇ ਵਿੱਚ ਮੌਜੂਦ ਨੇ ਡਾਕਟਰ ਸ਼ੀਭਾ ਟੱਕਰ ਛਾਬੜਾ, ਜੋ ਕਿ ਪ੍ਰੋਫੈਸਰ ਆਫ ਕਾਰਡੀਓਲੋਜੀ ਨੇ। ਥੋੜੀ ਅੱਜ ਗੱਲਬਾਤ ਕਰਾਂਗੇ ਮੈਮ ਨਾਲ। ਤੇ ਮੈਮ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਤੇ ਮੈਮ ਮੈਂ ਪੁੱਛਣਾ ਚਾਹਾਂਗੀ ਕਿ ਕੋਵਿਡ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਕਿ ਔਰਤਾਂ ਵਿੱਚ ਜਿਹੜੀਆਂ ਨੇ ਪ੍ਰੋਬਲਮਸ, ਹਾਰਟ ਪ੍ਰੋਬਲਮਸ ਖਾਸ ਕਰਕੇ ਕਾਫੀ ਵੱਧ ਰਹੀਆਂ ਨੇ, ਇਹਦਾ ਕੀ ਰੀਜ਼ਨ ਹੈ? ਕੋਵਿਡ ਖੈਰ ਸਾਰੀ ਦੁਨੀਆ ਦੇ ਵਿੱਚ ਹੀ ਕਾਫੀ ਫੈਲਿਆ, ਅਤੇ ਲੋਕਾਂ ਨੂੰ ਕਾਫੀ ਇਹਦੇ ਜਿਹੜੇ ਰਿਜ਼ਲਟਸ ਅਤੇ ਲੌਂਗ ਟਰਮ ਇਫੈਕਟਸ ਜਿਹੜੇ ਹੈਗੇ ਨੇ ਫੇਸ ਕਰਨੇ ਪਏ ਹੈਗੇ ਨੇ। ਅਤੇ ਕੋਵਿਡ 'ਚ ਜਿੱਥੇ ਮੈਨ ਇਨਵੋਲਵਡ ਸੀਗੇ ਉੱਥੇ ਵਿਮਨ ਵੀ ਇਨਵੋਲਵਡ ਸੀਗੀਆਂ। ਵਿਮਨ ਦੇ ਵਿੱਚ ਕੁਝ ਇਸ਼ੂਜ਼ ਜਿਹੜੇ ਸਪੈਸ਼ਲ ਸੀਗੇ, ਜਿੰਨੀਆਂ ਲੇਡੀਜ਼ ਘਰ ਦੀਆਂ ਹੁੰਦੀਆਂ ਸੀ ਉਹ ਯੂਜੂਅਲੀ ਦੇਖੋ ਘਰੇ ਜ਼ਿਆਦਾ ਰਹਿੰਦੀਆਂ ਸੀ। ਮੈਨ ਫਿਰ ਘਰੋਂ ਬਾਹਰ ਨਿਕਲ ਜਾਂਦੇ ਸੀ, ਅਤੇ ਘਰੇ ਰਹਿੰਦੇ ਹੋਏ ਲੌਂਗ ਟਰਮ ਉਹਨਾਂ ਨੂੰ ਕਾਫੀ ਪ੍ਰੈਸ਼ਰਸ ਬੀਅਰ ਕਰਨੇ ਪਏ। ਪੂਰੀ ਫੈਮਿਲੀ ਦਾ ਪ੍ਰੈਸ਼ਰ ਮੰਨਿਆ ਗਿਆ ਲੇਡੀਜ਼ ਦੇ ਉੱਤੇ ਜਾਏ, ਉਹਨਾਂ ਦੀ ਮੈਂਟਲ ਸਟ੍ਰੈਸ, ਮੈਂਟਲ ਸਿਚੁਏਸ਼ਨ। ਅਤੇ ਦੂਜਾ ਜਿਹੜੀ ਲੇਡੀਜ਼ ਨੂੰ ਵੀ ਕੋਵਿਡ ਹੋਇਆ, ਉਹਨਾਂ ਦਾ ਜਿਹੜਾ ਐਕਸੈਸ ਸੀਗਾ ਹੈਲਥ ਕੇਅਰ ਲਈ, ਉਹਨਾਂ ਨੂੰ ਜਿਹੜੀ ਲੋੜ ਸੀ ਸਹੀ ਟਾਈਮ 'ਤੇ ਸਹੀ ਕੇਅਰ ਮਿਲਣ ਦੀ, ਉਹ ਵੀ ਲੇਡੀਜ਼ ਨੂੰ ਰਿਲੇਟਿਵਲੀ ਜਿਹੜੀ ਹੈਗੀ ਹੈ ਉਹ ਘੱਟ ਮਿਲੀ ਹੈਗੀ ਹੈ। ਅਤੇ ਕੋਵਿਡ ਤੋਂ ਬਾਅਦ ਕੁਝ ਸਟੱਡੀਜ਼ ਹੋਈਆਂ ਹੈਗੀਆਂ ਨੇ, ਖਾਸ ਕਰਕੇ ਦੇਖਿਆ ਗਿਆ ਜਿਵੇਂ ਜਿਵੇਂ ਲੋਕਾਂ ਦੇ ਹਾਰਟ ਵੀਕ ਹੋਏ, ਹਾਰਟ ਫੇਲਰ 'ਚ ਜਾ ਸਕਦੇ ਨੇ। ਅਤੇ ਜਿਹੜੀ ਪਹਿਲਾਂ ਵਿਮਨ ਦੇ ਵਿੱਚ ਸੀਗੇ ਉਹਨਾਂ ਨੇ ਇਹ ਪਾਇਆ ਕਿ ਜੇ 3-4 ਵਿਮਨਸ ਆਈਆਂ ਕੋਵਿਡ ਦੀ ਇੱਕ ਪੁਆਇੰਟ ਆਫ ਟਾਈਮ 'ਚ, ਤੇ ਉਹਨਾਂ ਚਾਰਾਂ ਵਿੱਚੋਂ ਐਟਲੀਸਟ 1 ਵਿਮਨ ਵਾਜ਼ ਐਕਚੁਅਲੀ ਅਫੈਕਟਡ ਬਾਏ
ਵੀਕ ਹਾਰਟ ਜਾਂ ਜਿਹੜੇ ਹਾਰਟ ਫੇਲਿਅਰ ਨੂੰ ਜਾਣ ਦੇ ਵਿੱਚ ਪ੍ਰੋਨ ਸੀਗੇ। ਇਹ ਰੀਸੈਂਟਲੀ ਅਸੀਂ ਡਾਟਾ ਪ੍ਰੈਜ਼ੈਂਟ ਵੀ ਕੀਤਾ ਸੀਗਾ। ਤੇ ਕੋਵਿਡ ਤੋਂ ਬਾਅਦ ਆ ਸਾਰੇ ਕਾਰਨਾਂ ਕਰਕੇ ਵਿਮਨ ਦੇ ਉੱਤੇ ਪ੍ਰੈਸ਼ਰ ਪਿਆ ਹੈ, ਮੈਂਟਲ ਐਜ਼ ਵੈਲ ਐਜ਼ ਫਿਜ਼ੀਕਲ। ਤੇ ਅਨਲਾਈਕ ਮੈਨ, ਪਹਿਲਾਂ ਵੀ ਵਿਮਨ ਦੇਖੋ ਨਿਗਲੈਕਟਡ ਸੀਗੀਆਂ। ਕੋਵਿਡ ਦੇ ਟਾਈਮ ਤੋਂ ਪਹਿਲਾਂ ਵੀ ਦੇਖਿਆ ਗਿਆ ਕਿ ਵਿਮਨ ਨੂੰ ਜਿਹੜੀ ਹੈਲਥ ਕੇਅਰ ਸੀ ਉਹ ਘੱਟ ਮਿਲਦੀ ਸੀ। 1/3 ਵਿਮਨ ਜਿਹੜੀ ਸੀਗੀ ਉਹਨਾਂ ਨੂੰ ਰਿਕੁਆਇਰਡ ਕੇਅਰ ਮਿਲਦੀ ਹੈਗੀ ਮੈਨ ਦੇ ਕੰਪੈਰੀਜ਼ਨ ਵਿੱਚ। ਤੇ ਕੋਵਿਡ ਨੇ ਨੈਚੁਰਲੀ ਉਹ ਸਟ੍ਰੈਸ ਥੋੜਾ ਜਿਹਾ ਐਗਰਾਵੇਟ ਤਾਂ ਕੀਤਾ ਹੀ ਹੈਗਾ। ਬਟ ਮੈਮ ਜਿਵੇਂ ਆਪਾਂ ਕੇਸਿਸ ਦੇਖਦੇ ਹਾਂ, ਪਹਿਲਾਂ ਵੀ ਕਈ ਲੇਡੀਜ਼ ਵਿੱਚ ਇਦਾਂ ਦੀ ਪ੍ਰੋਬਲਮਸ ਆਉਂਦੀਆਂ ਸੀ, ਪਰ ਕੋਵਿਡ ਤੋਂ ਬਾਅਦ ਜਿਵੇਂ ਤੁਸੀਂ ਹੁਣ ਸਟੱਡੀ ਪ੍ਰੈਜ਼ੈਂਟ ਕੀਤੀ ਹੈ, ਉਸ ਵਿੱਚ ਹੁਣ ਦੱਸਿਆ ਗਿਆ ਹੈ ਕਿ ਕੋਵਿਡ ਤੋਂ ਬਾਅਦ ਇਹ ਚੀਜ਼ ਵੱਧ ਗਈ ਹੈ। ਕਿੰਨੇ ਪ੍ਰਤੀਸ਼ਤ ਵੱਧ ਗਈ ਹੈ? ਦੇਖੋ ਇਸ ਤਰ੍ਹਾਂ ਐਗਜ਼ੈਕਟਲੀ ਤਾਂ ਪ੍ਰਤੀਸ਼ਤ ਤੁਹਾਨੂੰ ਦੱਸਣਾ ਕਾਫੀ ਜ਼ਿਆਦਾ ਉਹਦਾ ਡਾਟਾ ਐਕਿਊਮੂਲੇਟ ਹੋ ਰਿਹਾ, ਉਹਨੂੰ ਦੇਖ ਕੇ ਅਸੀਂ ਤੁਹਾਨੂੰ ਦੱਸ ਸਕਾਂਗੇ। ਬਟ ਡੈਫੀਨਿਟਲੀ 5 to 10% ਇੰਕਰੀਜ਼ ਤਾਂ ਆਈ ਵੁੱਡ ਸੇ ਇਟ ਮਸਟ ਬੀ ਦੇਅਰ ਇਨ ਅ ਗਿਵਨ ਪੋਪੂਲੇਸ਼ਨ। ਤੇ ਇਹਨੂੰ ਇਹ ਕਹਿਣਾ ਕਿ ਇਹ ਸਿਰਫ ਕੋਵਿਡ ਕਰਕੇ ਵਧੀ ਹੈ, ਉਹ ਗੱਲ ਨਹੀਂ ਹੈ। ਇਹ ਪਰ ਸੇ ਡਿਜ਼ੀਜ਼ ਤੋਂ ਜ਼ਿਆਦਾ ਜਿਹੜੇ ਡਿਜ਼ੀਜ਼ ਨਾਲ ਐਸੋਸੀਏਟਿਡ ਸੋਸ਼ਲ ਇਸ਼ੂਜ਼ ਹੈ ਉਹਦੇ ਕਰਕੇ ਵੀ। ਤੇ ਦੂਜਾ ਹੋ ਸਕਦਾ ਹੈ ਅਸੀਂ ਹੁਣ ਸਟੱਡੀ ਵੀ ਉਹਨੂੰ ਜ਼ਿਆਦਾ ਕਰਦੇ ਪਏ ਹੈਗੇ ਆ। ਇਹ ਡਿਜ਼ੀਜ਼ਸ ਮੋਸਟ ਲਾਈਕਲੀ ਵਿਮਨ 'ਚੋਂ ਕਾਫੀ ਟਾਈਮ ਤੋਂ ਰਹੀਆਂ ਹਨ। ਤੇ ਜਿਵੇਂ ਪੈਂਡੇਮਿਕ ਆਇਆ ਤੇ ਸਟੱਡੀਜ਼ ਹੋਈਆਂ ਤੇ ਇਹ ਚੀਜ਼ਾਂ ਉੱਭਰ ਕੇ ਹੋਰ ਅੱਗੇ ਸਾਡੇ ਕੋਲ ਆ ਰਹੀਆਂ। ਲੇਡੀਜ਼ ਪਹਿਲਾਂ ਵੀ ਆਪਣੀ ਪ੍ਰੋਬਲਮਸ ਕਿੰਨੀ ਵਾਰ ਨਿਗਲੈਕਟ ਕਰ ਲੈਂਦੀਆਂ ਨੇ, ਬਟ ਕੋਵਿਡ ਦੇ ਦੌਰਾਨ ਜਿਹੜਾ ਹੈ ਫੈਮਿਲੀ ਨੂੰ ਆਪਣਾ ਧਿਆਨ ਦੇਣਾ, ਕਿਉਂਕਿ ਉਸ ਵੇਲੇ ਤਾਂ ਸਾਰੇ ਹੀ ਘਰ ਸੀਗੇ, ਮੈਨ ਵੂਮਨ ਦੋਨੋਂ ਜਿਹੜੇ ਵਰਕਿੰਗ ਨੇ ਉਹ ਵੀ ਘਰੇ ਸੀਗੇ, ਤੇ ਸਾਰੀ ਫੈਮਿਲੀ ਦਾ ਧਿਆਨ ਰੱਖਣਾ, ਤੇ ਇਸ ਵਿੱਚ ਵੂਮਨ ਨੇ ਆਪਣੀ ਪ੍ਰੋਬਲਮਸ ਵੀ ਨਿਗਲੈਕਟ ਕੀਤੀਆਂ। ਹਾਂ, ਕੁਛ ਹੱਦ ਤੱਕ ਵਿਮਨ ਨੇ ਨਿਗਲੈਕਟ ਕੀਤੀਆਂ ਨੇ, ਕੁਛ ਹੋਈਆਂ ਹੈ। ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਹੈ, ਕੋਈ ਮੈਡੀਕਲ ਕੇਅਰ ਸੀਕ ਕਰਦੇ ਨੇ, ਤੇ ਜੇ ਮੈਨ ਆਫ ਦਾ ਹਾਊਸ ਨੂੰ ਕੋਈ ਪ੍ਰੋਬਲਮ ਹੁੰਦੀ ਹੈ, ਉਹ ਅਰਨਿੰਗ ਹੁੰਦਾ ਹੈ, ਬ੍ਰੈਡ ਵਿਨਰ ਹੁੰਦਾ ਹੈ, ਸਾਰੀ ਦੁਨੀਆ ਭੱਜ ਕੇ ਜਾਂਦੀ ਹੈ। ਇੱਕ ਲੇਡੀ ਲਈ ਉਹ ਕੇਅਰ ਰਿਲੇਟਿਵਲੀ ਡਿਨਾਈਡ ਹੁੰਦੀ ਹੈ। ਸ਼ਾਇਦ ਸ਼ਹਿਰਾਂ ਦੇ ਵਿੱਚ ਸ਼ਾਇਦ ਇਹ ਚੀਜ਼ ਇੰਨੀ ਜ਼ਿਆਦਾ ਨਹੀਂ, ਲੇਕਿਨ ਪਿੰਡਾਂ ਦੇ ਵਿੱਚ ਜਿਹੜੇ ਬਿਲਕੁਲ ਅੰਦਰ ਜਾ ਕੇ ਦੇਖਿਆ ਜਾਏ ਤਾਂ ਇੱਕ ਵਿਮਨ ਦੀ ਹੈਲਥ ਨੂੰ ਤਾਂ ਕਾਫੀ ਨਿਗਲੈਕਟ ਕੀਤਾ ਜਾਂਦਾ ਹੈ। ਇਹ ਨਹੀਂ ਕਿ ਹਿੰਦੁਸਤਾਨ 'ਚ, ਜੇ ਆਪਾਂ ਸਟੱਡੀਜ਼ ਦੇਖੀਏ ਵਰਲਡ ਓਵਰ, ਅਮਰੀਕਨ ਸਟੱਡੀਜ਼ ਹੈਗੀਆਂ ਨੇ ਜਿਹੜੇ ਸਾਡੇ ਬੈਸਟ ਜਰਨਲਸ 'ਚ ਵੀ ਪਬਲਿਸ਼ ਨੇ, ਉਹ ਕਹਿੰਦੀਆਂ ਅਰਾਊਂਡ ਜਸਟ 30% ਆਫ ਦਾ ਵਿਮਨ ਐਕਚੁਅਲੀ ਉਹਨਾਂ ਨੂੰ ਆਪਣੀ ਕੇਅਰ ਮਿਲਦੀ ਹੈ ਜਿਹੜੀ ਚਾਹੀਦੀ ਹੋਵੇ। ਤੇ ਨਿਗਲੈਕਟ ਵੀ ਹੁੰਦੀ ਹੈ। ਤੇ ਨਿਗਲੈਕਟ ਸਿਰਫ ਲੇਡੀ ਪਾਸੋਂ ਨਹੀਂ, ਲੇਡੀ ਦੇ ਅਟੈਂਡੈਂਟਸ ਪਾਸੋਂ ਨਹੀਂ, ਕਿੰਨੀ ਵਾਰੀ ਫਿਜ਼ੀਸ਼ੀਅਨਸ ਵੀ ਇੱਕ ਲੇਡੀ ਦੀ ਪ੍ਰੋਬਲਮ ਨੂੰ ਨਿਗਲੈਕਟ ਕਰ ਦਿੰਦੇ। ਸਾਨੂੰ ਲੱਗਦਾ ਹੈ ਆਈ ਹੈ, ਉਹ ਵੈਸੇ ਹੀ ਕੋਈ ਪਰੇਸ਼ਾਨੀ ਹੋਣੀ ਹੈ, ਐਵੇਂ ਪਰੇਸ਼ਾਨ ਹੋ ਰਹੀ ਹੈ। ਕਿੰਨੀ ਵਾਰੀ ਵਿਮਨ ਨੂੰ ਫੰਕਸ਼ਨਲ ਕਹਿ ਕੇ, ਫੰਕਸ਼ਨਲ ਯਾਨੀ ਕਿ ਇਹਨੂੰ ਕੋਈ ਪ੍ਰੋਬਲਮ ਨਹੀਂ, ਵੈਸੇ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ, ਇਸ ਲਈ ਇਸ ਤਰ੍ਹਾਂ ਕਰਦੀ ਪਈ ਹੈ। ਤੇ ਕਾਫੀ ਪ੍ਰੋਬਲਮਸ ਵਿਮਨ ਦੀ ਨਿਗਲੈਕਟ ਹੁੰਦੀਆਂ। ਤੇ ਇਹ ਟਾਈਮ ਆ ਗਿਆ ਕਿ ਹੁਣ ਸਾਨੂੰ ਜਾਗਰੂਕ ਹੋਣਾ ਹੈ ਇੱਕ ਲੇਡੀ ਦੀ ਪ੍ਰੋਬਲਮਸ ਵਾਸਤੇ। ਜੇ ਉਹ ਕਹਿ ਰਹੀ ਹੈ, ਉਹਨੂੰ ਪ੍ਰੋਪਰ ਹੀਅਰਿੰਗ ਮਿਲੇ ਤੇ ਉਹਦੀ ਐਟਲੀਸਟ ਜਾਂਚ ਪ੍ਰੋਪਰ ਹੋਵੇ। ਤੇ ਮੈਮ ਕੀ ਰੀਜ਼ਨਸ ਨੇ, ਕੀ ਬੇਸਿਕ ਰੀਜ਼ਨਸ ਨੇ, ਜਾਂ ਆਪਾਂ ਕਹਿ ਸਕਦੇ ਹਾਂ ਕਿ ਕੀ ਬੇਸਿਕ ਇਸ ਚੀਜ਼ ਦੇ ਲਾਈਕ ਸਟਾਰਟਿੰਗ ਕਿਸ ਚੀਜ਼ ਤੋਂ ਹੁੰਦੀ ਹੈ, ਜਾਂ ਕੀ ਬੇਸਿਕ ਰੀਜ਼ਨਸ ਹੋ ਸਕਦੇ ਨੇ, ਸਿੰਪਟਮਸ ਕੀ ਹੋ ਸਕਦੇ ਨੇ? ਦੇਖੋ ਕੁਝ ਬੇਸਿਕ ਰੀਜ਼ਨਸ ਤਾਂ ਮੈਨ ਤੇ ਵਿਮਨ ਦੇ ਵਿੱਚ ਸੇਮ ਹੁੰਦੇ ਨੇ, ਹੈ ਨਾ। ਕਾਫੀ ਬੇਸਿਕ ਰੀਜ਼ਨਸ ਅਸੀਂ ਸਾਰੇ ਜਾਣਦੇ ਹਾਂ ਕਿ ਜੇ ਬੰਦਾ ਸਾਰਾ ਦਿਨ ਬੈਠਾ ਰਹੇ, ਸੈਰ ਨਾ ਕਰੇ, ਘਿਓ ਤੇਲ ਮੱਖਣ ਮਲਾਈ ਯੂ ਨੋ, ਜੇ ਉਹਦੀ ਡਾਇਟ ਫਰਾਈਡ ਫੂਡ ਦੇ ਨਾਲ ਭਰੀ ਹੋਈ ਹੈ, ਠੀਕ ਹੈ, ਮਤਲਬ ਡਾਇਟ, ਇਹ ਸਾਰੀ ਚੀਜ਼ਾਂ ਕਾਮਨ ਨੇ ਮੈਨ ਐਂਡ ਵਿਮਨ 'ਚ। ਸਮੋਕਿੰਗ, ਜੇ ਈਵਨ ਇੱਕ ਵਿਮਨ ਸਮੋਕ ਕਰੇ ਤਾਂ ਉਹਨੂੰ ਮਚ ਮੋਰ ਚਾਂਸਿਸ ਹੈਗੇ ਨੇ ਹਾਰਟ ਦੀ ਪ੍ਰੋਬਲਮਸ ਹੋਣ ਲਈ, ਸ਼ੂਗਰ ਦੀ ਬਿਮਾਰੀ, ਬਲੱਡ ਪ੍ਰੈਸ਼ਰ ਦੀ ਬਿਮਾਰੀ, ਠੀਕ ਹੈ, ਏਜ ਦੇ ਨਾਲ, ਹੈ ਨਾ। ਇਹ ਸਾਰੀ ਚੀਜ਼ਾਂ ਤਾਂ ਮੈਨ ਤੇ ਵਿਮਨ ਦੇ ਵਿੱਚ ਕਾਮਨ ਨੇ। ਲੇਕਿਨ ਕੁਝ ਰਿਸਕ ਫੈਕਟਰਸ ਨੇ ਜਿਹੜੇ ਕਿ ਵਿਮਨ ਦੇ ਵਿੱਚ ਸਪੈਸ਼ਲ ਹੁੰਦੇ ਨੇ। ਇੱਕ ਚੀਜ਼ ਆ ਸਮਝਣੀ ਜ਼ਰੂਰੀ ਹੈ ਕਿ ਇੱਕ ਵਿਮਨ ਦੀ ਲਾਈਫ ਦੇ ਵਿੱਚ ਜਦੋਂ ਮੀਨੋਪੌਜ਼ਲ ਸਟੇਜ ਆਉਂਦੀ, ਮੀਨੋਪੌਜ਼ਲ ਜਦੋਂ ਉਹਦੀ ਮਾਸਿਕ ਕਿਰਿਆ, ਜਿਹੜਾ ਮਾਸਿਕ ਕ੍ਰਮ ਆਉਂਦਾ ਉਹ ਆਉਣਾ ਬੰਦ ਹੋ ਜਾਵੇ, ਉਸ ਤੋਂ ਬਾਅਦ ਵਾਲੀ ਜਿਹੜੀ ਫੇਜ਼ ਹੈ ਉਹਦੇ ਵਿੱਚ ਵੂਮਨ ਨੂੰ ਹਾਰਟ ਦੀ ਪ੍ਰੋਬਲਮ ਹੋਣ ਦੇ ਚਾਂਸਸ ਜਿਹੜੇ ਨੇ ਉਹ ਮਚ ਮੋਰ ਹੁੰਦੇ ਹੈਗੇ ਨੇ। ਇਹ ਕਿਉਂ ਹੁੰਦੇ ਨੇ ਮੈਮ, ਕੀ ਰੀਜ਼ਨ ਹੈ? ਇਹ ਤਾਂ ਦੇਖੋ ਰੀਪਰੋਡਕਟਿਵ ਹਾਰਮੋਨਸ ਜਿਹਦੇ ਹੁੰਦੇ ਨੇ ਪ੍ਰੋਟੈਕਟਿਵ ਹੁੰਦੇ ਨੇ। ਜਦੋਂ ਤੱਕ ਵਿਮਨ ਨੂੰ ਆਪਣੇ ਰੈਗੂਲਰ ਪੀਰੀਅਡਸ ਆ ਰਹੇ ਹੈਗੇ ਨੇ, ਮੈਂਸਸ ਆ ਰਹੇ ਹੈਗੇ ਨੇ ਰੈਗੂਲਰ, ਤੇ ਉਸ ਵੇਲੇ ਮੰਨਿਆ ਜਾਂਦਾ ਕਿ ਕੁਝ ਹਾਰਮੋਨਸ ਦਾ ਇੰਟਰਪਲੇ ਹੁੰਦਾ ਹੈ ਜਿਹੜਾ ਕਿ ਵਿਮਨ ਨੂੰ ਪ੍ਰੋਟੈਕਟ ਕਰਕੇ ਰੱਖਦਾ ਹੈ ਹਾਰਟ ਦੀ ਪ੍ਰੋਬਲਮ ਨਾਲ। ਤੇ ਜਦੋਂ ਇਹ ਪੀਰੀਅਡਸ ਆਣੇ ਬੰਦ ਹੋ ਜਾਂਦੇ ਨੇ, ਉਹ ਪ੍ਰੋਟੈਕਸ਼ਨ ਚਲੀ ਜਾਂਦੀ ਹੈ। ਸ਼ੀ ਇਜ਼ ਲਾਈਕ ਐਨੀ ਅਦਰ ਮੈਨ, ਤੁਸੀਂ ਇਸ ਤਰ੍ਹਾਂ ਸੋਚਣਾ ਚਾਹੋ ਸੋਚ ਸਕਦੇ ਹੋ। ਤੇ ਉਹ ਸ਼ੀ ਗੈਟਸ ਪ੍ਰੋਨ ਟੂ ਡਿਵੈਲਪਿੰਗ ਹਾਰਟ ਪ੍ਰੋਬਲਮਸ, BP, ਸ਼ੂਗਰ, ਹਾਰਟ ਅਟੈਕਸ, ਹਾਰਟ ਫੇਲੀਅਰ, ਇਹ ਜ਼ਿਆਦਾ ਉਸ ਸਟੇਜ ਦੇ ਵਿੱਚ ਹੁੰਦਾ। ਇਹ ਚੀਜ਼ ਤਾਂ ਕਾਫੀ ਦੇਰ ਤੋਂ ਮੰਨੀ ਗਈ ਹੈ, ਤਾਂ ਟ੍ਰੈਡੀਸ਼ਨਲ ਹੈ ਇਹ ਥਾਟ ਪ੍ਰੋਸੈਸ। ਪਰ ਜਦ ਮੈਨੋਪੌਜ਼ ਹੁੰਦਾ ਹੈ ਮਤਲਬ ਉਦੋਂ ਕੋਈ ਨਾ ਕੋਈ ਪ੍ਰੋਬਲਮ ਲੱਗ ਹੀ ਜਾਂਦੀ ਹੈ। ਮੈਨੂੰ ਨਹੀਂ, ਜ਼ਰੂਰੀ ਨਹੀਂ ਹੈਗਾ। ਜੇ ਇੱਕ ਲੇਡੀ ਹੈਲਦੀ ਹੈਗੀ ਹੈ, ਜੇ ਉਹਨੇ ਆਪਣਾ ਧਿਆਨ ਰੱਖਿਆ ਹੈਗਾ, ਤੇ ਜ਼ਰੂਰੀ ਨਹੀਂ ਕਿ ਉਹਨੂੰ ਹਾਰਟ ਦੀ ਪ੍ਰੋਬਲਮ ਹੋਈ। ਲੇਕਿਨ ਮੀਨੋਪੌਜ਼ਲ ਫੇਜ਼ ਤੋਂ ਬਾਅਦ ਉਹਦੇ ਚਾਂਸਸ ਆਲਮੋਸਟ ਮੈਨ ਜਿੰਨੇ ਹੋ ਜਾਂਦੇ ਨੇ ਹਾਰਟ ਦੀ ਪ੍ਰੋਬਲਮ ਨੂੰ ਐਕਵਾਇਰ ਕਰਨ ਤੋਂ। ਤੇ ਇਹ ਚੀਜ਼ ਤਾਂ ਵੈਲ ਨੋਨ ਫੈਕਟ ਦੇਖੋ ਰਿਹਾ ਹੈਗਾ ਟ੍ਰੈਡੀਸ਼ਨ ਤੋਂ, ਟਾਈਮ ਤੋਂ। ਤਾਂ ਹੀ ਉਹ ਲੋਕੀ ਕਹਿੰਦੇ ਸੀ ਕਿ ਲੇਡੀ ਨੂੰ ਤਾਂ ਹਾਰਟ ਦੀ ਪ੍ਰੋਬਲਮ ਹੋਣੀ ਨਹੀਂ। ਲੇਡੀ ਯਾਨੀ ਕਿ ਜਦੋਂ ਤੱਕ ਉਹਦੀ ਏਜ ਹੋਏਗੀ 55, ਜਦੋਂ ਹੈ ਨਾ 50-55 ਉਹ ਮੀਨੋਪੌਜ਼ਲ ਫੇਜ਼ 'ਚ ਜਾਏਗੀ, ਉਸ ਤੋਂ ਬਾਅਦ ਹੀ ਉਹਨੂੰ ਹਾਰਟ ਦੀ ਪ੍ਰੋਬਲਮ ਹੋਏਗੀ। 10 ਸਾਲਾਂ ਦਾ ਡਿਫਰੈਂਸ ਮਾਨਾ ਜਾਂਦਾ ਮੈਨ ਐਂਡ ਵਿਮਨ ਦੇ ਵਿੱਚ ਬੜੇ ਆਰਾਮ ਨਾਲ, ਕਿ ਇਫ ਅ ਮੈਨ ਹੈਜ਼ ਅ ਚਾਂਸ ਆਫ ਡਿਵੈਲਪਿੰਗ
ਹਾਰਟ ਪ੍ਰੋਬਲਮ ਮੋਰ ਐਟ 45 to 55, ਵੂਮਨ ਹੈਜ਼ ਇਟ ਸਮਵੇਅਰ ਬਿਟਵੀਨ 55 to 65, ਇਹ ਮੰਨਿਆ ਜਾਂਦਾ ਸੀ। ਲੇਕਿਨ ਹੁਣ ਸਟ੍ਰੈਸ ਲੈਵਲ ਦੀ ਗੱਲ ਕਰੀਏ ਜੇ ਆਪਾਂ, ਬਟ ਸਟ੍ਰੈਸ ਲੈਵਲ ਜਿਹੜਾ ਹੁੰਦਾ ਹੈ, ਨੋ ਡਾਊਟ ਮੈਨ ਨੂੰ ਸਟ੍ਰੈਸ ਲੈਵਲ ਹੁੰਦਾ ਹੈ, ਉਹਨਾਂ ਨੂੰ ਬਾਕੀ ਚੀਜ਼ਾਂ ਦਾ ਹੁੰਦਾ ਹੈ ਕਿ ਅਸੀਂ ਘਰ ਕਿੱਦਾਂ ਚਲਾਉਣਾ ਹੈ, ਬਿਜ਼ਨਸ ਕਿੱਦਾਂ ਕਰਨਾ ਹੈ, ਬਟ ਲੇਡੀਜ਼ ਨੂੰ ਫੈਮਿਲੀ ਦਾ ਸਟ੍ਰੈਸ, ਹਰ ਚੀਜ਼ ਦਾ, ਉਹਨਾਂ ਨੂੰ ਵੀ ਸਟ੍ਰੈਸ ਕਰਕੇ ਜਿਹੜੀ ਹਾਰਟ ਪ੍ਰੋਬਲਮਸ ਹੋ ਸਕਦੀਆਂ ਨੇ। ਡੈਫੀਨਿਟਲੀ ਦੇਖੋ ਸਟ੍ਰੈਸ ਵੀ ਇੱਕ ਕਾਮਨ ਫੈਕਟਰ ਹੈਗਾ ਮੈਨ ਐਂਡ ਵਿਮਨ ਦੇ ਵਿੱਚ। ਮੈਨ ਐਂਡ ਵਿਮਨ ਦੇ ਅਸੀਂ ਫੈਕਟਰਸ ਹੁਣੇ ਡਿਸਕਸ ਕੀਤੇ ਸੀ ਕਿ ਹਾਰਟ ਦੀ ਪ੍ਰੋਬਲਮ ਕਿਵੇਂ ਹੋ ਸਕਦੀ ਹੈ, ਤੇ ਸਟ੍ਰੈਸ ਜਿਹੜਾ ਕਾਮਨ ਫੈਕਟਰ ਹੈ। ਅਸੀਂ ਇੱਥੇ ਓਪੀਡੀ ਬੈਠਦੇ ਹਾਂ, ਆਈ ਮੀਨ ਜੇ ਪ੍ਰੋਪਰ ਸਟੱਡੀ ਕਰੀਏ, ਮੈਨ ਆਰ ਆਲਸੋ ਇਕੁਅਲੀ ਸਟ੍ਰੈਸਡ। ਇਹ ਗੱਲ ਨਹੀਂ ਕਿ ਉਹਨਾਂ ਨੂੰ ਸਟ੍ਰੈਸ ਨਹੀਂ ਹੈ, ਤੇ ਸਟ੍ਰੈਸ ਇੱਕ ਫੈਕਟਰ ਹੁੰਦਾ ਹੈਗਾ ਜਿਹੜਾ ਕਿ ਕੰਟਰੀਬਿਊਟ ਕਰਦਾ ਹੈਗਾ। ਸੋ ਆਫ ਕੋਰਸ ਸਟ੍ਰੈਸ ਫ੍ਰੀ ਰਹਿਣਾ ਜ਼ਰੂਰੀ ਹੈ। ਲੇਕਿਨ ਜਿਵੇਂ ਕਿ ਅਸੀਂ ਗੱਲ ਕਰਦੇ ਪਏ ਸੀ ਹੁਣੇ, ਹੈ ਨਾ, ਅਸੀਂ ਕਹਿ ਰਹੇ ਸੀ ਕਿ ਏਜ ਇੱਕ ਫੈਕਟਰ ਹੈ, ਮੀਨੋਪੌਜ਼ ਆ ਗਿਆ, ਉਸ ਤੋਂ ਬਾਅਦ ਇੱਕ ਫੈਕਟਰ ਹੈ ਯੰਗ ਵਿਮਨ ਵੀ ਹਾਰਟ ਦੀ ਪ੍ਰੋਬਲਮਸ ਦੇ ਨਾਲ ਪ੍ਰੋਨ ਹੋ ਸਕਦੀਆਂ ਨੇ। ਤੇ ਆਹ ਚੀਜ਼ ਰੀਸੈਂਟ ਤਾਂ ਨਹੀਂ ਮੈਂ ਕਹਾਂਗੀ, ਪਿਛਲੇ 10-20 ਸਾਲਾਂ ਤੋਂ ਇਹਦੇ ਉੱਤੇ ਸਟ੍ਰੈਸ ਜ਼ਿਆਦਾ ਦਿੱਤਾ ਜਾ ਰਿਹਾ ਹੈਗਾ। ਇਹ ਪਾਇਆ ਗਿਆ ਕਿ ਜਿਹੜੀ ਯੰਗ ਵਿਮਨ ਹੈਗੀਆਂ ਨੇ, ਖਾਸ ਕਰਕੇ ਜੇ ਉਹਨਾਂ ਨੂੰ ਪ੍ਰੈਗਨੈਂਸੀ ਰਿਲੇਟਡ ਕੋਈ ਪ੍ਰੋਬਲਮਸ ਹੋਣ, ਵੂਮਨ ਮੈਮ ਏਜ ਵੀ ਇੱਕ ਵਾਰ ਮੈਂਸ਼ਨ ਕਰ ਦਿਓ ਕਿ ਏਜ ਮੈਂ ਕਹਾਂਗੀ ਯੰਗ ਮੀਨਸ ਲੈਸ ਦੈਨ 40-45 ਈਅਰਸ, ਹੈ ਨਾ, ਯੰਗ ਦੋਜ਼ ਹੂ ਆਰ ਲੈਸ ਦੈਨ 40-45। ਹੁਣ ਇੱਕ ਯੰਗ ਵੂਮਨ ਹੈ, ਜਿਨ ਮੰਨ ਲਓ ਪ੍ਰੈਗਨੈਂਟ ਹੋ ਗਈ, ਤੇ ਪ੍ਰੈਗਨੈਂਸੀ ਦੇ ਦੌਰਾਨ ਉਹਦਾ ਬੀਪੀ ਵਧਣਾ ਸ਼ੁਰੂ ਹੋ ਗਿਆ, ਯਾਨੀ ਕਿ ਉਹਨੂੰ ਪ੍ਰੈਗਨੈਂਸੀ ਇੰਡਿਊਸਡ ਹਾਈਪਰਟੈਂਸ਼ਨ ਹੋ ਗਈ, ਪ੍ਰੈਗਨੈਂਸੀ ਕਰਕੇ ਬੀਪੀ ਵਧਿਆ। ਜਾਂ ਜਿਹਨੂੰ ਪ੍ਰੈਗਨੈਂਸੀ ਦੇ ਦੌਰਾਨ ਸ਼ੂਗਰ ਦੀ ਪ੍ਰੋਬਲਮ ਹੋਈ, ਜੈਸਟੇਸ਼ਨਲ ਡਾਇਬੀਟੀਜ਼ ਅਸੀਂ ਉਹਨੂੰ ਕਹਿੰਦੇ ਹਾਂ। ਜਾਂ ਕੁਝ ਰੈਕਰੈਂਟ ਅਬੋਰਸ਼ਨਸ, ਯਾਨੀ ਕਿ ਬਾਰ-ਬਾਰ ਆਪਣੇ ਆਪ ਹੀ ਅਬੋਰਸ਼ਨ ਹੋ ਜਾਣਾ, ਠੀਕ ਹੈ, ਤੇ ਕੁਝ ਇਹੋ ਜਿਹੀਆਂ ਪ੍ਰੋਬਲਮਸ ਹੋਣ, ਤੇ ਵਿਮਨ ਨੂੰ ਥੋੜ੍ਹਾ ਜਿਹਾ ਆਪਣੇ ਬਾਰੇ ਜਾਗਰੂਕ ਹੋਣਾ ਪੈਂਦਾ ਹੈਗਾ। ਕੁਝ ਵਿਮਨ ਦਾ ਹਾਰਟ ਬਹੁਤ ਵੀਕ ਹੋ ਜਾਂਦਾ ਹੈ, ਤੇ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ ਨਾ, ਜਿਹਦੇ ਵਿੱਚ ਅਸੀਂ ਕਹਿੰਦੇ ਪੈਰੀਪਾਰਟਮ ਕਾਰਡੀਓਮਾਇਓਪੈਥੀ, ਵੀਕ ਹਾਰਟ। ਤੇ ਇਹੋ ਜਿਹੀਆਂ ਜਿਹੜੀਆਂ ਵਿਮਨ ਹੈਗੀਆਂ ਨੇ, ਉਹਨਾਂ ਨੂੰ ਚਾਂਸਸ ਹੁੰਦੇ ਨੇ ਕਿ ਨੀਅਰ ਫਿਊਚਰ ਦੇ ਵਿੱਚ ਆ ਕੇ ਉਹਨਾਂ ਨੂੰ ਹਾਰਟ ਜਾਂ ਕਾਰਡੀਓਵੈਸਕੂਲਰ ਸਿਸਟਮ ਰਿਲੇਟਡ ਪ੍ਰੋਬਲਮਸ ਹੋ ਸਕਦੀਆਂ। ਜਿਵੇਂ ਹੋ ਸਕਦਾ ਕਿ ਹਜੇ ਤਾਂ ਪ੍ਰੈਗਨੈਂਸੀ 'ਚ ਹੀ ਬੀਪੀ ਵਧਿਆ, ਨੈਕਸਟ ਪ੍ਰੈਗਨੈਂਸੀ 'ਚ ਵੀ ਬੀਪੀ ਵਧੇ, ਤੇ ਫਿਰ ਅਲਟੀਮੇਟਲੀ ਲਾਈਫ ਦੇ ਵਿੱਚ ਜਾ ਕੇ ਉਹਨਾਂ ਦਾ ਬੀਪੀ ਵਧਣਾ ਸ਼ੁਰੂ ਹੋ ਜਾਏ, ਸ਼ੂਗਰ ਹੋ ਜਾਏ ਉਹਨਾਂ ਨੂੰ, ਤੇ ਫਿਰ ਹਾਰਟ ਰਿਲੇਟਡ ਪ੍ਰੋਬਲਮਸ ਹੋ ਜਾਣ, ਹੈ ਨਾ। ਤੇ ਅਸੀਂ ਜਾਣਦੇ ਹਾਂ ਸ਼ੂਗਰ, ਬੀਪੀ ਇਨ ਇਟਸੈਲਫ ਹਾਰਟ ਦੀ ਪ੍ਰੋਬਲਮ ਕ੍ਰੀਏਟ ਕਰ ਸਕਦੇ ਹੈਗੇ ਨੇ। ਤੇ ਇਹੋ ਜਿਹੀਆਂ ਵਿਮਨ ਨੂੰ ਆਪਣਾ ਰੈਗੂਲਰ ਚੈੱਕਅਪ ਕਰਾਉਣਾ ਹੈ, ਆਪਣੇ ਫਿਜ਼ੀਸ਼ੀਅਨ ਨੂੰ ਮਿਲਣਾ ਹੈ, ਆਪਣੇ ਗਾਇਨੋਕੋਲੋਜਿਸਟ ਨੂੰ ਮਿਲਣਾ ਹੈਗਾ, ਠੀਕ ਹੈ, ਤੇ ਬੀਪੀ ਆਪਣਾ ਰੈਗੂਲਰ ਚੈੱਕਅਪ ਕਰਾਉਣ, ECG ਕਰਾਉਣ, ਐਨੂਅਲ ਹੈਲਥ ਚੈੱਕਅਪ ਕਰਾਉਣ, ਆਪਣੇ ਕੋਲੇਸਟਰੋਲ ਲੈਵਲਸ ਚੈੱਕ ਕਰਾਉਣ, ਖਾਸ ਕਰਕੇ ਜੇ ਫੈਮਿਲੀ ਹਿਸਟਰੀ ਹੈਗੀ ਹੈ ਤਾਂ। ਤੇ ਜੇ ਫੈਮਿਲੀ ਹਿਸਟਰੀ ਨਹੀਂ ਹੈ ਤਾਂ ਵੀ ਇਦਾਂ ਦੀ ਪ੍ਰੋਬਲਮ ਹੋ ਸਕਦੀ ਹੈ? ਹਾਂ, ਜ਼ਰੂਰੀ ਨਹੀਂ ਹੈ ਕਿ ਹਰ ਵਾਰੀ ਸਾਨੂੰ ਫੈਮਿਲੀ ਹਿਸਟਰੀ ਉਸ ਚੀਜ਼ ਦੀ ਓਬਟੇਨ ਹੋਵੇ। ਜੇ ਫੈਮਿਲੀ ਹਿਸਟਰੀ ਹੈ ਖਾਸ ਕਰਕੇ ਅਰਲੀ ਹਾਰਟ ਡਿਜ਼ੀਜ਼ ਦੀ, ਫਿਰ ਤਾਂ ਚਾਂਸਸ ਡੈਫੀਨਿਟਲੀ ਹੁੰਦੇ ਨੇ, ਉਹ ਤਾਂ ਕਰਨਾ ਹੀ ਕਰਨਾ ਹੈ। ਬਟ ਜੇ ਫੈਮਿਲੀ ਹਿਸਟਰੀ ਨਹੀਂ ਹੈ ਤਾਂ ਵੀ ਹਰ ਵੂਮਨ ਲਈ ਇੰਪੋਰਟੈਂਟ ਹੈ। ਜੇ ਪ੍ਰੈਗਨੈਂਸੀ ਦੇ ਵਿੱਚ ਦਿੱਕਤ ਹੋਏ ਤਾਂ ਇੰਪੋਰਟੈਂਟ ਹੈ ਹੀ ਹੈ। ਅੱਜ ਕੱਲ੍ਹ ਕਿੰਨੇ ਇਨਫਰਟਾਈਲ ਕਪਲਸ ਨੇ ਤੁਸੀਂ ਦੇਖੋ, ਹੈ ਨਾ, ਇੰਨਾ ਇਨਫਰਟੀਲਿਟੀ ਰੇਟ ਹੈ, ਤੇ ਇੰਨੀ ਜ਼ਿਆਦਾ ਮੈਡੀਸਿਨਸ, ਕਈ ਵਾਰੀ ਹਾਰਮੋਨਲ ਪ੍ਰੈਪਰੇਸ਼ਨਸ, ਤੇ ਹੋਰ ਵੀ ਇੰਨੇ ਜ਼ਿਆਦਾ ਡਰੱਗਸ ਲੈਂਦੇ ਨੇ, ਠੀਕ ਹੈ, ਜਿਹੜੇ ਕਿ ਹਾਰਮੋਨਸ ਹੁੰਦੇ ਨੇ। ਕਈ ਵਾਰੀ ਇਹ ਬੀਪੀ ਵਧਾਉਣ ਦਾ ਪ੍ਰੋਬਲਮ, ਕਲੌਟ ਕ੍ਰੀਏਟ ਕਰਨ ਦਾ ਪ੍ਰੋਬਲਮ ਕਰ ਸਕਦੇ ਨੇ, ਹੈ ਨਾ। ਤੇ ਪ੍ਰੈਗਨੈਂਸੀ ਦੇ ਦੌਰਾਨ ਕਲੌਟਸ ਜ਼ਰੂਰੀ ਨਹੀਂ ਕਿ ਹਾਰਟ ਦੇ ਵਿੱਚ ਹੋਣ, ਹੋਰ ਵੈਸਲਸ 'ਚ ਵੀ ਜਾ ਸਕਦੇ ਨੇ, ਲੰਗਸ ਦੇ ਵਿੱਚ, ਪੈਰਾਂ ਦੇ ਵਿੱਚ, ਜਿਹਨੂੰ ਅਸੀਂ ਡੀਪ ਵੀਨਸ ਥ੍ਰੋਮਬੋਸਿਸ, ਪਲਮਨਰੀ ਐਮਬੋਲਿਜ਼ਮ, ਇਹ ਸਾਰੀਆਂ ਪ੍ਰੋਬਲਮਸ ਡਿਜ਼ੀਜ਼ਸ ਜਿਹੜੇ ਨੇ ਇਹਨਾਂ ਨੂੰ ਲਾਈਫ ਕਾਜ਼ਿੰਗ ਜਾਂ ਲਾਈਫ ਥ੍ਰੈਟਨਿੰਗ ਵੀ ਹੋ ਸਕਦੇ ਨੇ। ਬਿਲਕੁਲ, ਤਾਈਓ ਤਾਂ ਅਸੀਂ ਇੰਨਾ ਸਟ੍ਰੈਸ ਦਿੰਦੇ ਹਾਂ, ਕਿਉਂਕਿ ਦੇਖੋ ਹਾਰਟ ਅਟੈਕ ਇੱਕ ਵਾਰੀ ਹੋ ਜਾਂਦਾ ਤੇ ਹਾਰਟ ਵੀਕ ਹੋ ਜਾਂਦਾ ਹੈ, ਤੇ ਜਦੋਂ ਹਾਰਟ ਵੀਕ ਹੋਏ ਤਾਂ ਨੈਚੁਰਲੀ ਜਿਹੜੀ ਲਾਈਫ ਦੀ ਲੌਂਗੇਟਿਵਿਟੀ ਹੈ ਉਹ ਤਾਂ ਘਟਦੀ ਹੈਗੀ ਹੈ। ਸਾਇਲੈਂਟ ਡਿਜ਼ੀਜ਼ਸ ਜਿਹੜੇ ਨੇ ਉਹ ਵੂਮਨ ਵਿੱਚ ਕਿੱਦਾਂ ਦੇ ਨੇ? ਹਾਂ ਬਿਲਕੁਲ, ਦੇਖੋ ਇੱਕ ਵੂਮਨ ਦੀ ਜਿਹੜੀ ਹਾਰਟ ਦੀ ਪ੍ਰੋਬਲਮ ਦੀ ਪ੍ਰੈਜੈਂਟੇਸ਼ਨ ਹੈ ਉਹ ਬੜੀ ਡਿਫਰੈਂਟ ਹੁੰਦੀ ਹੈ, ਤਾਂ ਹੀ ਉਹ ਮਿਸ ਹੋ ਜਾਂਦੀ ਹੈ। ਅਸੀਂ ਟਿਪੀਕਲ ਜਿਹੜਾ ਮੈਨ ਹੈ, ਅਸੀਂ ਯੂਜੂਲੀ ਮੰਨਦੇ ਹਾਂ ਕਿ ਉਹਨੂੰ ਪ੍ਰੋਬਲਮ ਹੋਈ, ਛਾਤੀ 'ਚ ਦਰਦ ਹੋਈ, ਲੈਫਟ ਸਾਈਡ 'ਤੇ ਹੋਈ, ਤੇ ਉਹ ਪਹੁੰਚਿਆ। ਇੱਕ ਵਿਮਨ ਦੇ ਵਿੱਚ ਜ਼ਰੂਰੀ ਨਹੀਂ ਕਿ ਉਹਨੂੰ ਛਾਤੀ 'ਚ ਦਰਦ ਹੋਏਗੀ, ਹੋ ਸਕਦਾ ਉਹਨੂੰ ਕਾਫੀ ਤੇਜ਼ ਪਸੀਨਾ ਆਵੇ, ਜਾਂ ਸਿਰਫ ਗਲੇ 'ਚ ਘੁੱਟਣ ਹੋਵੇ, ਜਾਂ ਸਾਹ ਲੈਣ ਦੀ ਦਿੱਕਤ ਹੋਵੇ। ਕਈ ਵਾਰੀ ਪੇਟ ਦੇ ਉਤਲੇ ਹਿੱਸੇ ਦੇ ਵਿੱਚ ਉਹਨੂੰ ਘਬਰਾਹਟ ਹੋ ਸਕਦੀ ਹੈਗੀ ਹੈ ਨਾ, ਤੇ ਚੱਕਰ ਆ ਕੇ ਡਿੱਗ ਜਾਣਾ। ਇਹ ਵੀ ਸਿੰਪਟਮਸ ਜਿਹੜੇ ਕਈ ਵਿਮਨ ਦੇ ਜਿਹੜੇ ਸਿੰਪਟਮਸ ਹੁੰਦੇ ਨੇ ਉਹ ਬੜੇ ਏਟਿਪੀਕਲ ਹੁੰਦੇ ਨੇ, ਤੇ ਕਈ ਵਾਰੀ ਹੁੰਦੇ ਹੀ ਨਹੀਂ। ਜਿਵੇਂ ਤੁਸੀਂ ਕਿਹਾ ਸਾਇਲੈਂਟ, ਖਾਸ ਕਰਕੇ ਜੇ ਇੱਕ ਵੂਮਨ ਡਾਇਬੀਟਿਕ ਹੈ, ਕਈ ਵਾਰੀ ਉਹਨੂੰ ਪਤਾ ਹੀ ਨਹੀਂ ਲੱਗਦਾ ਉਹਨੂੰ ਕਦੋਂ ਅਟੈਕ ਹੋ ਗਿਆ। ਜਦੋਂ ਉਹਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ, ਸਾਹ ਚੜ੍ਹਦਾ, ਤਾਂ ਉਹਨੂੰ ਲੋਕੀ ਲੈ ਕੇ ਆਉਂਦੇ ਤੇ ਪਤਾ ਲੱਗਦਾ ਕਿ ਇਹ ਤਾਂ ਅਟੈਕ ਉਹਨੂੰ ਹੋ ਚੁੱਕਿਆ। ਤੇ ਵਿਮਨ ਦੀ ਪ੍ਰੈਜੈਂਟੇਸ਼ਨ ਵੀ ਡਿਫਰੈਂਟ ਹੁੰਦੀ ਹੈ। ਤੇ ਇੱਕ ਵਾਰੀ ਵਿਮਨ ਨੂੰ ਹਾਰਟ ਦੀ ਪ੍ਰੋਬਲਮ ਹੋ ਜਾਏ ਤੇ ਮੈਨ ਨੂੰ ਹਾਰਟ ਦੀ ਪ੍ਰੋਬਲਮ ਹੋਏ, ਤੇ ਵਿਮਨ ਦਾ ਜਿਹੜਾ ਪ੍ਰੋਗਨੋਸਿਸ ਹੈ, ਪ੍ਰੋਗਨੋਸਿਸ ਦਾ ਮਤਲਬ ਜਿਹੜੇ ਵਿਮਨ ਦਾ ਅੱਗੇ ਜਾ ਕੇ ਕਿ ਕਿੰਨੇ ਚਾਂਸ ਹੈ ਇੰਪਰੂਵਮੈਂਟ ਦੇ, ਉਹ ਮੈਨ ਦੇ ਕੰਪੈਰੀਜ਼ਨ ਦੇ ਵਿੱਚ ਘੱਟ ਹੈ। ਵਿਮਨ ਦੇ ਵਿੱਚ ਜੇ ਮੰਨ ਲਓ ਸੇਮ ਹਾਰਟ ਦੀ ਪ੍ਰੋਬਲਮ ਹੋਏ, ਹਾਰਟ ਵੀਕ ਹੋਏ, ਇੱਕ ਵੂਮਨ ਦਾ ਜਿਹੜਾ ਲੌਂਗ ਟਰਮ ਇੰਪਰੂਵਮੈਂਟ ਦਾ ਚਾਂਸ ਹੈ ਉਹ
ਘੱਟ ਹੁੰਦਾ ਇੱਕ ਮੈਨ ਦੇ ਕੰਪੈਰੀਜ਼ਨ ਦੇ ਵਿੱਚ। ਹਾਂ ਤੇ ਮੈਮ ਮੋਟਾਪਾ ਵੀ ਇਸ ਦਾ ਰੀਜ਼ਨ ਹੈ? डेफिनेटली मोटापा एक रीज़न है। देखो आजकल की जो विमेन है दे आर जस्ट लाइक मैन है ना, ਜਿਹੜੇ ਕੰਮ ਵੀ ਕਰਦੇ हैं, ਤੁਸੀਂ ਹੋ ਗਏ, ਮੈਂ ਹੋ ਗਿਆ, ਅਸੀਂ ਜਿੰਨੇ ਵਿਮਨ ਘਰੋਂ ਬਾਹਰ ਨਿਕਲ ਕੇ ਵੀ ਕੰਮ ਕਰਦੇ ਨੇ, ਪ੍ਰੋਫੈਸ਼ਨ 'ਚ ਜਾਂਦੇ ਨੇ, ਘਰ ਨੂੰ ਵੀ ਹੈਂਡਲ ਕਰਦੇ ਨੇ, ਉਹਨਾਂ ਦੀ ਐਕਟੀਵਿਟੀ ਲੈਵਲ ਆਪਣੀ ਬੜੀ ਘੱਟ ਜਾਂਦੀ ਹੈ। ਜੇ ਵਿਮਨ ਆਪਣੀ ਐਕਟੀਵਿਟੀ ਲੈਵਲ ਦਾ, ਆਪਣੀ ਸੈਰ ਦਾ, ਇੱਕ ਰੈਗੂਲਰ ਨਿਤਨੇਮ ਦਾ ਧਿਆਨ ਰੱਖੇ ਤਾਂ ਕਾਫੀ ਚਾਂਸਸ ਹੈ ਕਿ ਇਹ ਮੋਟਾਪਾ ਵੀ ਨਾ ਹੋਵੇ, weight ਵੀ ਕੰਟਰੋਲ ਰਵੇ, ਤੇ ਕਾਫੀ ਚੀਜ਼ਾਂ ਦੀ ਜਿਹੜੀ ਜੜ ਹੈ ਉਹ ਸੈਟਲ ਹੋ ਜਾਂਦੀ ਹੈ। ਬੀਪੀ, ਸ਼ੂਗਰ, ਹਾਰਟ ਦੀ ਪ੍ਰੋਬਲਮ ਸਾਰੀਆਂ ਕਿਤੇ ਨਾ ਕਿਤੇ ਮੋਟਾਪੇ ਤੇ ਇਨਐਕਟੀਵਿਟੀ ਦੇ ਨਾਲ ਲਿੰਕਡ ਹੈ, ਤੇ ਐਕਟਿਵ ਹੋਣਾ ਬੜਾ ਜ਼ਰੂਰੀ ਹੈਗਾ। ਤੇ ਮੈਮ ਜਦ ਪ੍ਰੈਗਨੈਂਸੀ ਦੇ ਦੌਰਾਨ ਵੂਮਨ ਨੂੰ ਕੋਈ ਸਾਇਲੈਂਟ ਪ੍ਰੋਬਲਮ ਇੱਦਾਂ ਦੀ ਹੁੰਦੀ ਹੈ ਤੇ ਉਸ ਟਾਈਮ ਵੀ ਜਿਹੜੇ ਉਹਨਾਂ ਦੇ ਬੱਚੇ ਤੇ ਵੀ ਕੋਈ ਅਸਰ ਪੈ ਸਕਦਾ ਇਸ ਚੀਜ਼ ਦਾ? ਦੇਖੋ ਪ੍ਰੈਗਨੈਂਸੀ ਦੇ ਦੌਰਾਨ ਸਾਇਲੈਂਟ ਪ੍ਰੋਬਲਮ ਹੋਣਾ ਅਸੀਂ ਤਾਂ ਨਹੀਂ ਕਵਾਂਗੇ। ਪ੍ਰੈਗਨੈਂਸੀ ਦੇ ਵਿੱਚ ਜੇ ਉਹ ਰੈਗੂਲਰ ਆਪਣੇ ਗਾਇਨੋਕੋਲੋਜਿਸਟ ਨਾਲ ਚੈੱਕਅਪ ਕਰਾਉਂਦੇ ਰਹਿਣ, ਯੂਜੂਅਲੀ ਜਿਹੜੀ ਇਹ ਚੀਜ਼ਾਂ ਪਿਕਅਪ ਹੋ ਜਾਂਦੀਆਂ ਨੇ। ਕਈ ਵਾਰੀ ਵੀਕ ਹਾਰਟ ਹੁੰਦਾ ਹੈ, ਜੇ ਕਿਸੇ ਨੂੰ ਸਾਹ ਨਾਰਮਲ ਪ੍ਰੈਗਨੈਂਸੀ ਤੋਂ ਜ਼ਿਆਦਾ ਐਕਸਟਰਾ ਚੜੇ ਤਾਂ ਫੜ ਦੇ ਵਿੱਚ ਆ ਸਕਦਾ ਹੈ। ਲੇਕਿਨ ਜੇ ਇੱਕ ਵਿਮਨ ਨੂੰ ਪ੍ਰੋਬਲਮ ਹੁੰਦੀ ਹੈ ਪ੍ਰੈਗਨੈਂਸੀ ਦੇ ਦੌਰਾਨ, ਖਾਸ ਕਰਕੇ ਪ੍ਰੈਗਨੈਂਸੀ ਦੇ ਪਹਿਲੇ 3 ਮਹੀਨਿਆਂ ਦੇ ਦੌਰਾਨ, ਤੇ ਉਹਦਾ ਅਸਰ ਬੱਚੇ ਦੇ ਉੱਤੇ ਪਹੁੰਚ ਸਕਦਾ ਹੈਗਾ। ਕਿ ਖਾਸ ਕਰਕੇ ਜੋ ਕੁਝ ਦਵਾਈਆਂ ਇਹੋ ਜਿਹੀਆਂ ਲੈ ਜਿਹੜੀ ਕਿ ਨਾਨ ਰਿਕਮੈਂਡਡ ਹੋਣ, ਤੇ ਦਵਾਈਆਂ ਘੱਟ ਤੋਂ ਘੱਟ ਤੇ ਬੜਾ ਕੇਅਰਫੁਲੀ, ਤੇ ਉਹ ਵੀ ਆਪਣੇ ਗਾਇਨੋਕੋਲੋਜਿਸਟ ਦੇ ਫਿਜ਼ੀਸ਼ੀਅਨ ਦੇ ਸਲਾਹ ਦੇ ਨਾਲ ਹੀ ਲੈਣੀ ਚਾਹੀਦੀ ਹੈ ਪ੍ਰੈਗਨੈਂਸੀ ਦੇ ਦੌਰਾਨ। ਤੇ ਅੱਜ ਕੱਲ ਜਿਹੜੀ ਹੈ ਇੱਕ ਕਾਫੀ ਮਤਲਬ ਆਪਾਂ ਜਿਸ ਨੂੰ ਕਹਿ ਸਕਦੇ ਕਿ ਟੈਂਡਰ ਏਜ ਤੇ ਕਾਫੀ ਇਦਾਂ ਦੀ ਹਾਰਟ ਪ੍ਰੋਬਲਮਸ ਲੋਕਾਂ ਨੂੰ ਆਉਂਦੀਆਂ ਨੇ ਕਿ ਲਾਈਕ ਜਿਹੜੇ 25 ਤੋਂ 30 ਦੇ ਵਿੱਚ ਵੀ ਹੁੰਦੇ ਆ, 35 ਦੇ ਵਿੱਚ ਹੁੰਦੇ ਆ। ਟੈਂਡਰ ਤਾਂ ਨਹੀਂ ਹੋਈ ਪਰ ਫਿਰ ਵੀ ਲਾਈਕ ਕਾਫੀ ਛੋਟੀ ਉਮਰ ਹੈ, ਪਰ ਉਸ ਵਿੱਚ ਵੀ ਜਿਹੜੀ ਹਾਰਟ ਪ੍ਰੋਬਲਮਸ ਆਉਂਦੀਆਂ ਨੇ, ਇਸ ਦਾ ਰੀਜ਼ਨ ਕੀ ਹੈ? ਇਹ ਤਾਂ ਤੁਸੀਂ ਬੜਾ ਚੰਗਾ ਸਵਾਲ ਪੁੱਛਿਆ। ਹਾਂ ਦੇਖੋ ਇਹ ਮੰਨਿਆ ਜਾਂਦਾ ਸੀ ਕਿ ਜਿਹੜੀ ਹਾਰਟ ਦੀ ਪ੍ਰੋਬਲਮ ਹੈ ਉਹ ਯੂਜੂਅਲੀ ਹੈ ਨਾ 40-45 ਇਅਰਸ ਦੇ ਵਿੱਚ ਹੁੰਦੀ ਹੈ, ਬਟ ਸਾਡੇ DMC ਦਾ ਹੀ ਡਾਟਾ ਅਸੀਂ ਪ੍ਰੈਜ਼ੈਂਟ ਕੀਤਾ ਹੈਗਾ, ਤੇ ਉਹ ਵਰਲਡ ਦੇ ਵਿੱਚ ਅਸੀਂ ਫਸਟ ਟਾਈਮ ਪ੍ਰੈਜ਼ੈਂਟ ਕੀਤਾ ਕਿ ਲੈਸ ਦੈਨ 30 ਇਅਰਸ ਜਿਹੜੇ ਹਾਰਟ ਅਟੈਕ ਦੇ ਪੇਸ਼ੈਂਟ ਸੀਗੇ, ਤੇ ਅਸੀਂ ਅਰਾਊਂਡ 150 ਮਰੀਜ਼ਾਂ ਦਾ ਡਾਟਾ ਪ੍ਰੈਜ਼ੈਂਟ ਕੀਤਾ, ਪਬਲਿਸ਼ ਵੀ ਹੋਇਆ ਐਥਰੋਸਕਲੇਰੋਸਿਸ ਦੇ ਜਰਨਲ ਦੇ ਵਿੱਚ। ਤੇ ਖੈਰ ਇਹ ਜਿਹੜੇ ਸਾਰੇ ਕਾਰਨ ਅਸੀਂ ਡਿਸਕਸ ਕੀਤੇ ਉਹ ਤਾਂ ਹੈ ਹੀ ਹੈਗੇ ਨੇ, ਹੈ ਨਾ। ਫੈਮਿਲੀ ਹਿਸਟਰੀ ਹੋ ਗਈ, ਕੋਈ ਮੋਟਾਪਾ ਹੋ ਗਿਆ, ਬੜਾ ਓਬੀਜ਼ ਹੈਗਾ, ਹੈ ਨਾ। ਹਾਈਪਰਟੈਂਸ਼ਨ, ਡਾਇਬੀਟਿਸ ਇਸ ਏਜ ਦੇ ਵਿੱਚ ਤਾਂ ਘੱਟ ਹੀ ਹੁੰਦੇ ਨੇ, ਲੇਕਿਨ ਰਹਿਣ ਸਹਿਣ ਦਾ ਤਰੀਕਾ, ਕਲਚਰ, ਹੁਣ ਜਿੱਥੇ ਸਮੋਕਿੰਗ ਦਾ ਕਲਚਰ ਹੋਵੇ, ਅੱਜ ਕੱਲ੍ਹ ਦੇ ਬੱਚੇ ਦੇਖੋ ਕਿੰਨਾ ਜ਼ਿਆਦਾ ਹੈਸ਼, ਮੈਰਿਜੁਆਨਾ, ਤੁਹਾਨੂੰ ਪਤਾ ਹੀ ਹੈਗਾ, ਪਬਸ ਹੈਗੇ ਨੇ, ਹੈ ਨਾ, ਇਹ ਸਾਡੇ ਬਾਰਜ਼ ਹੈਗੇ ਨੇ, ਹੁੱਕਾ, ਉਹ ਹੁੱਕੇ ਦੇ ਨਾਮ ਦੇ ਨਾਲ ਜਿਹੜਾ ਫਲੇਵਰਡ ਹੁੱਕਾ ਕਹਿੰਦੇ ਹੈਗੇ ਨੇ, ਉਹਦੇ 'ਚ ਇੰਨਾ ਕੁ ਮਾਰੀਜੁਆਨਾ ਤੇ ਇੰਨਾ ਹੈਸ਼, ਤੁਸੀਂ ਮੰਨੋਗੇ ਨਹੀਂ, ਮੈਂ 19 ਸਾਲ ਦੇ ਬੱਚੇ ਨੂੰ ਵੀ ਹਾਰਟ ਅਟੈਕ ਨਾਲ, ਮਤਲਬ 19 ਇਅਰਸ ਇਜ਼ ਵੈਰੀ ਲੈਸ, ਤੁਸੀਂ ਤਾਂ ਮੈਨੂੰ ਦੇਖੋ ਟੈਂਡਰ 25 ਵੀ ਕਹਿਣ ਲੱਗੇ, ਘਬਰਾ ਰਹੇ ਸੀਗੇ, ਤੇ 25 ਤੋਂ ਘੱਟ ਵੀ 19 ਸਾਲ ਤੱਕ ਦੇ ਬੱਚੇ ਨੂੰ ਅਸੀਂ ਹੈਸ਼ ਇੱਕ ਦਿਨ ਪਹਿਲਾਂ ਲਿਆ, ਰੈਸਟ ਹੋ ਗਿਆ, ਅਗਲੇ ਦਿਨ ਸਾਡੇ ਕੋਲ ਹਾਰਟ ਅਟੈਕ, ECG ਚੇਂਜਸ ਦੇ ਨਾਲ ਆਏ। ਇਹ ਚੀਜ਼ਾਂ ਬੜੀ ਗਲਤ ਹੈ ਤੇ ਬੜੀ ਤਕਲੀਫ ਹੁੰਦੀ ਹੈ, ਕਿਉਂਕਿ ਯੰਗ ਪੇਸ਼ੈਂਟ ਦਾ ਜਿਹੜਾ ਮੋਰਟੈਲਿਟੀ ਰੇਟ ਵੀ ਬੜਾ ਹਾਈ ਹੈ। ਹੁਣ ਥੋੜ੍ਹੇ ਦਿਨ ਪਹਿਲਾਂ ਵੀ ਲੋਸਟ ਪੇਸ਼ੈਂਟ, 32 ਸਾਲ ਦਾ ਮੁੰਡਾ ਇੱਕਦਮ ਕੋਲੈਪਸ ਹੋਇਆ ਆ ਮੈਸਿਵ ਅਟੈਕ ਦੇ ਨਾਲ, ਤੇ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਬੜਾ ਜ਼ਰੂਰੀ ਹੈ। ਮੈਂ ਤਾਂ ਕਹਿੰਦੀ ਹਾਂ ਮੀਡੀਆ ਬੜਾ ਚੰਗਾ ਕੰਮ ਕਰਦਾ, ਇਹ ਚੀਜ਼ ਹਰ ਘਰੇ ਪਹੁੰਚੇ, ਅਸੀਂ ਆਪਣੇ ਬੱਚਿਆਂ ਨੂੰ, ਐਲੀਟ ਫੈਮਲੀਜ਼ ਦੇ ਬੱਚਿਆਂ ਨੂੰ, ਹੈ ਨਾ, ਜਿਹੜੇ ਕਿ ਇਹਨਾਂ ਚੀਜ਼ਾਂ ਦੇ ਵਿੱਚ ਹੈਗੇ ਨੇ, ਬਚਾਈਏ ਆਪਣੇ, ਕਿਉਂਕਿ ਸਾਡਾ ਯੰਗ ਬੰਦਾ ਤਾਂ ਬਹੁਤ ਇੰਪੋਰਟੈਂਟ ਹੈ, ਉਹ ਸਾਡੇ ਦੇਸ਼ ਦਾ ਫਿਊਚਰ ਹੈ, ਸਾਡੇ ਸਮਾਜ ਦਾ ਫਿਊਚਰ ਹੈ। ਇਟ ਇਜ਼ ਵੈਰੀ ਕਿ ਬੱਚੇ ਜਿਹੜੇ ਅੱਜ ਕੱਲ ਆਪਣੀ ਕੰਪਨੀ ਦੇ ਨਾਲ ਰਹਿ ਕੇ ਕਿ ਬਈ ਦੇਖਾ ਦੇਖੀ ਜਾਂ ਆਪਣਾ ਇੱਕ ਸਟੇਟਸ ਮੇਨਟੇਨ ਕਰਨਾ, ਉਸ ਵਿੱਚ ਵੀ ਆਪਣੀ ਜਿਹੜੀ ਹੈਲਥ ਨੂੰ ਉਹਦਾ ਨੁਕਸਾਨ ਪਹੁੰਚਾਉਂਦੇ ਨੇ। ਇਨਫੈਕਟ ਜਿਮਸ, ਅੱਜ ਕੱਲ੍ਹ ਜਿਮਸ ਦਾ ਕਲਚਰ ਤਾਂ ਅਸੀਂ ਸਾਰੇ ਜਾਣਦੇ, ਜਿਮ ਇਜ਼ ਅ ਵੈਰੀ ਗੁੱਡ ਪਲੇਸ, ਜਿਮ ਇੱਕ ਬਹੁਤ ਹੀ ਚੰਗੀ ਥਾਂ ਹੈ, ਲੇਕਿਨ ਉੱਥੇ ਜਾ ਕੇ ਉਹਨਾਂ ਨੇ ਧਿਆਨ ਰੱਖਣਾ ਕਿ ਉਹ ਕੋਈ ਐਕਸਟਰਾ ਐਡਿਡ ਪ੍ਰੋਡਕਟਸ ਨਾ ਲੈਣ, ਹੈ ਨਾ। ਪ੍ਰੋਟੀਨਸ ਲੈਣ ਦੇ ਚੱਕਰ ਦੇ ਵਿੱਚ ਕਈ ਵਾਰੀ ਉਹ ਇਹੋ ਜਿਹੀਆਂ ਸਪਲੀਮੈਂਟਸ ਵੀ ਲੈ ਲੈਂਦੇ ਨੇ ਜਿਹੜੇ ਐਨਾਬੋਲਿਕ ਸਟੀਰੋਇਡਸ ਹੁੰਦੇ ਨੇ, ਵੇ ਪ੍ਰੋਟੀਨਸ ਹੁੰਦੇ ਨੇ, ਲਾਰਜ ਅਮਾਊਂਟ 'ਤੇ ਲਿੱਤੇ ਜਾਣ, ਉਹ ਵੀ ਸਾਡੇ ਬੱਚਿਆਂ ਦਾ, ਸਾਡੇ ਨੇਸ਼ਨ ਦਾ ਨੁਕਸਾਨ ਕਰਨਗੇ। ਜੇ ਉਹ ਨਾ ਸਿਰਫ ਹਾਰਟ, ਉਹ ਹੋਰ ਵੀ ਸਿਸਟਮਸ ਨੂੰ ਇਨਵੋਲਵ ਕਰ ਸਕਦੇ ਨੇ। ਇਟ ਇਜ਼ ਵੈਰੀ ਇੰਪੋਰਟੈਂਟ ਕਿ ਸਾਡਾ ਅੱਜ ਦਾ ਜਿਹੜਾ ਯੁਵਾ ਹੈ ਉਸ ਚੀਜ਼ ਤੋਂ ਜਾਗਰੂਕ ਹੋਵੇ। ਤੇ ਜੇ ਲਾਈਕ ਹਾਰਟ ਪ੍ਰੋਬਲਮ ਹੁੰਦੀ ਤੇ ਉਸ ਦੇ ਨਾਲ ਜਿਹੜੀ ਹੋਰ ਵੀ ਬੋਡੀ ਪਾਰਟਸ 'ਤੇ ਇਫੈਕਟ ਪੈਂਦਾ? ਡੈਫੀਨੇਟਲੀ ਦੇਖੋ, ਜੇ ਬਾਡੀ ਤਾਂ ਆਫਟਰ ਆਲ ਕਨੈਕਟਡ ਹੀ ਹੈ, ਜੇ ਹਾਰਟ ਪ੍ਰੋਬਲਮ ਹੋਵੇ, ਹੈ ਨਾ, ਤੇ ਹਾਰਟ ਜ਼ਿਆਦਾ ਵੀਕ ਹੋ ਜਾਵੇ, BP ਲੋ ਹੋਵੇ, ਉਹ ਕਿਡਨੀ 'ਤੇ ਵੀ ਅਸਰ ਪਾ ਸਕਦਾ ਹੈਗਾ, ਲਿਵਰ 'ਤੇ ਵੀ ਅਸਰ ਪਾ ਸਕਦਾ ਹੈ, ਤੇ ਮਲਟੀ ਸਿਸਟਮ ਇਨਵੋਲਵਮੈਂਟ ਤਾਂ ਹੋ ਹੀ ਸਕਦੀ ਹੈ। ਇਹ ਯੂਜੂਅਲੀ ਤਾਂ ਹੁੰਦਾ ਜਦੋਂ ਕੋਈ ਬਹੁਤ ਜ਼ਿਆਦਾ ਸੀਰੀਅਸ ਜਾਂ ਬਹੁਤ ਜ਼ਿਆਦਾ ਸਿੱਕ ਹੋਵੇ ਜਾਂ ਅੱਗੇ ਵਾਲੀ ਸਟੇਜ 'ਤੇ ਜਾ ਚੁੱਕੀ ਹੋਵੇ ਹਾਰਟ ਦੀ ਪ੍ਰੋਬਲਮ। ਮੈਮ ਆਪਣਾ ਬਚਾਅ ਆਪਣੀ ਡੇਲੀ ਰੂਟੀਨ 'ਚ ਕਿੱਦਾਂ ਕਰਨਾ ਚਾਹੀਦਾ?
ਖੈਰ ਇਹ ਤਾਂ ਬਹੁਤ ਇੰਪੋਰਟੈਂਟ ਹੈ ਪ੍ਰੀਕਾਸ਼ਨਸ। ਸਭ ਤੋਂ ਪਹਿਲਾਂ ਤਾਂ ਜਿਹੜਾ ਤੁਸੀਂ ਕਿਹਾ ਹੈ ਨਾ, ਤੁਸੀਂ ਬਾਰ-ਬਾਰ ਮੈਨੂੰ ਸਟ੍ਰੈਸ ਬਾਰੇ ਕਹਿ ਰਹੇ ਸੀ। ਅੱਜ ਦੇ ਟਾਈਮ ਤੇ ਹਰ ਬੰਦਾ ਸਟ੍ਰੈਸਡ ਹੈ। ਦੇਖੋ ਪ੍ਰੋਬਲਮ ਤਾਂ ਲਾਈਫ ਦੇ ਵਿੱਚ ਨਾਮ ਹੈ। ਸਾਨੂੰ ਇਹ ਯਾਦ ਰੱਖਣਾ ਹੈ ਕਿ ਅਸੀਂ ਆਪਣੀ ਲਾਈਫ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਤਾਂ ਨਹੀਂ ਹਟਾ ਸਕਦੇ, ਪਰ ਆਪਣਾ ਰਿਐਕਸ਼ਨ ਉਹਨੂੰ ਹਟਾ ਸਕਦੇ ਹਾਂ। ਗੱਲ ਹਮੇਸ਼ਾ ਕਹੀ ਜਾਂਦੀ ਹੈ, ਤੇ ਆਪਣੇ ਰਿਐਕਸ਼ਨ ਨੂੰ ਆਪਣੀ ਪ੍ਰੋਬਲਮ ਲਈ ਚੇਂਜ ਕਰਨਾ ਬੜਾ ਜ਼ਰੂਰੀ ਹੈ। ਅਸੀਂ ਕਿਸੇ ਵੀ ਆਈ ਹੋਈ ਪ੍ਰੋਬਲਮ ਨੂੰ ਕਿਵੇਂ ਰਿਐਕਟ ਕਰਦੇ ਹਾਂ ਸਾਡੇ ਹੱਥ 'ਚ ਹੈ। ਅਸੀਂ ਖੁਸ਼ ਰਹਿਣਾ ਹੈਗਾ, ਮੈਂਟਲੀ ਫ੍ਰੀ ਰਹਿਣਾ ਹੈਗਾ, ਸਟ੍ਰੈਸ ਫ੍ਰੀ ਰਹਿਣਾ ਹੈਗਾ। ਤੇ ਪਹਿਲੀ ਚੀਜ਼ ਤਾਂ ਇਹ, ਜੇ ਇੰਨਾ ਕੁ ਅਸਾਂ ਕਰ ਲਈਏ ਸਾਡੀ ਪ੍ਰੋਬਲਮ ਹੈ ਕਾਫੀ ਘਟ ਜਾਂਦੀ ਹੈ। ਉਸ ਤੋਂ ਬਾਅਦ ਅਸੀਂ ਆਪਣੇ ਰਿਸਕ ਫੈਕਟਰਸ ਨੂੰ ਆਈਡੈਂਟੀਫਾਈ ਕਰਨਾ ਹੈ। ਜੇ ਇੱਕ ਫੈਮਿਲੀ ਹਿਸਟਰੀ ਹੈਗੀ ਹੈ ਕਿ ਸਾਨੂੰ ਹਾਰਟ ਦੀ ਪ੍ਰੋਬਲਮ ਸਾਡੇ ਪਰਿਵਾਰ ਦੇ ਵਿੱਚ ਘੱਟ ਉਮਰ 'ਚ ਪਹਿਲਾਂ ਕਿਸੇ ਨੂੰ ਹੋਈ ਹੈ, ਤੇ ਅਸੀਂ ਉਹਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਜਿਹੜੇ ਰੈਗੂਲਰ ਚੈੱਕਅਪ ਕਰਾਉਣੇ ਬਹੁਤ ਜ਼ਰੂਰੀ ਹੈਗੇ ਨੇ, ਹੈ ਨਾ। ਤੇ ਇਸ ਤੋਂ ਇਲਾਵਾ ਜੇ ਸਾਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ, ਸ਼ੂਗਰ ਦੀ ਪ੍ਰੋਬਲਮ ਹੈ, ਹਾਰਟ ਦੀ ਪ੍ਰੋਬਲਮ ਹੈ, ਅਸੀਂ ਆਪਣੇ ਫਿਜ਼ੀਸ਼ੀਅਨ ਨੂੰ ਰੈਗੂਲਰਲੀ ਮਿਲ ਕੇ ਆਪਣੇ ਬੀਪੀ ਦੀ ਜਿਹੜੀ ਰੀਡਿੰਗ ਹੈ, ਬਲੱਡ ਪ੍ਰੈਸ਼ਰ ਅਪ ਟਿਲ 120/80 ਦੀ ਰੇਂਜ ਦੇ ਅੱਗੇ ਪਿੱਛੇ ਹੀ ਹੋਵੇ 5-10, ਬਹੁਤ ਹਾਈ ਬੀਪੀ ਮੋਰ ਦੈਨ 140/90 ਇਜ਼ ਨਾਟ ਐਟ ਆਲ ਗੁੱਡ, ਹੈ ਨਾ। ਤੇ ਆਪਾਂ ਨੂੰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੀਏ, ਸ਼ੂਗਰ ਨੂੰ ਕੰਟਰੋਲ ਕਰੀਏ, ਮੋਟਾਪੇ ਨੂੰ ਕੰਟਰੋਲ ਕਰੀਏ, ਰੈਗੂਲਰ ਵਾਕ ਕਰੀਏ, ਨਿਤਨੇਮ ਨਾਲ ਯੋਗਾ ਕਰੀਏ, ਹੈ ਨਾ। ਆਪਣੇ ਸਰੀਰ ਨੂੰ ਐਕਟਿਵ ਰੱਖੀਏ ਐਂਡ ਖੁਸ਼ ਰਹੀਏ। ਇਹ ਚੀਜ਼ਾਂ ਬੜੀ ਇੰਪੋਰਟੈਂਟ ਹੈ। ਤੇ 2-3 ਚੀਜ਼ਾਂ ਵਿਮਨ ਦੇ ਵਿੱਚ ਖਾਸ ਕਰਕੇ, ਉਹਨਾਂ ਨੂੰ ਜੇ ਪ੍ਰੈਗਨੈਂਸੀ ਦੇ ਦੌਰਾਨ ਕੋਈ ਪ੍ਰੋਬਲਮ ਆਉਂਦੀ ਹੈ, ਖਾਸ ਕਰਕੇ ਬੀਪੀ ਦਾ ਵਧਣਾ, ਸ਼ੂਗਰ ਦਾ ਵਧਣਾ, ਟਾਈਮਲੀ ਉਹਦਾ ਇਲਾਜ ਕਰਨਾ ਹੈ। ਨੈਕਸਟ ਪ੍ਰੈਗਨੈਂਸੀ ਤੋਂ ਪਹਿਲਾਂ ਸੋਚ ਕਰ ਕਨਸੀਵ ਕਰਨਾ ਹੈਗਾ ਕਿ ਉਸ ਪ੍ਰੈਗਨੈਂਸੀ ਦੇ ਦੌਰਾਨ ਵੀ ਪ੍ਰੋਬਲਮ ਆਉਣ ਦੇ ਚਾਂਸਸ ਹੋ ਸਕਦੇ ਹੈਗੇ ਨੇ। ਤੇ ਜੇ ਪ੍ਰੋਬਲਮਸ ਆਈਆਂ ਨੇ, ਆਪਣੇ ਫਿਜ਼ੀਸ਼ੀਅਨ ਨੂੰ ਮਿਲ ਕੇ ਆਪਣੀ ਬੀਪੀ ਦੀ ਦਵਾਈ, ਸ਼ੂਗਰ ਦੀ ਦਵਾਈ ਟਾਈਮਲੀ ਲੈਣ, ਤਾਂ ਕਿ ਹਾਰਟ ਦੀ ਪ੍ਰੋਬਲਮ ਤੋਂ ਬਚਾਓ ਜਿਹੜਾ ਹੋ ਸਕੇ। ਤੇ ਇੱਕ ਗੱਲ ਜਿਹੜੀ ਤੁਸੀਂ ਬੜੀ ਇੰਪੋਰਟੈਂਟ ਕੀਤੀ ਸੀ, ਖਾਸ ਕਰਕੇ ਯੰਗ ਯੁਵਾ ਵਾਸਤੇ, ਸਾਨੂੰ ਦੂਰ ਰਹਿਣਾ ਇਹੋ ਜਿਹੀਆਂ ਚੀਜ਼ਾਂ ਤੋਂ ਜਿਹੜੀ ਹਾਰਟ ਦੀ ਪ੍ਰੋਬਲਮਸ ਕ੍ਰੀਏਟ ਕਰ ਸਕਦੀਆਂ। ਸਮੋਕਿੰਗ ਤੋਂ ਦੂਰ ਰਹਿਣਾ ਹੈਗਾ। ਇਹ ਵੀ ਬੰਦਾ ਜਾਂਦਾ ਸੀ ਕਿ ਐਲਕੋਹਲ ਬੜਾ ਅੱਛਾ ਹੈ ਹਾਰਟ ਲਈ, ਕਿ ਡਰਿੰਕ ਕਰੋ। ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਸੀ, ਲੋਕ ਕਹਿੰਦੇ ਸੀ ਆ ਜਾਓ 1 ਪੈਗ ਲੈ ਲਓ, 2 ਪੈਗ ਲੈ ਲਓ, ਬਹੁਤ ਹੈ ਨਾ। ਤੇ ਪੰਜਾਬ ਤਾਂ ਪਟਿਆਲਾ ਪੈਗ ਦਾ ਕਲਚਰ ਹੈਗਾ, ਲੇਕਿਨ ਇਹ ਠੀਕ ਨਹੀਂ ਹੈਗਾ। ਦੇਖੋ ਸਾਡੇ ਪੰਜਾਬ ਦੇ ਵਿੱਚ, ਨਾਰਥ ਇੰਡੀਆ ਦੇ ਵਿੱਚ ਮੈਕਸਿਮਮ ਕੇਸਿਸ ਹੈ ਵੀਕ ਹਾਰਟ ਦੇ। ਅਸੀਂ ਕੈਪੀਟਲ ਹੈਗੇ ਹੈ ਐਲਕੋਹਲਿਕ ਕਾਰਡੀਓਮਾਇਓਪੈਥੀ, ਯਾਨੀ ਐਲਕੋਹਲ ਕਰਕੇ ਵੀਕ ਹੋਏ ਹੋਏ ਹਾਰਟ ਦਾ। ਲਿਵਰ ਨੂੰ ਤਾਂ ਇਨਵੋਲਵ ਕਰਦਾ ਹੈ, ਹਾਰਟ ਨੂੰ ਵੀ। ਤੇ ਦੂਰ ਰਹਿਣਾ ਇਹਨਾਂ ਚੀਜ਼ਾਂ ਦੇ ਸੇਵਨ ਤੋਂ, ਹੈ ਨਾ। ਸਮੋਕਿੰਗ ਤੋਂ ਦੂਰ ਰਹਿਣਾ ਹੈ, ਹੈਸ਼ ਤੋਂ ਦੂਰ ਰਹਿਣਾ ਹੈ, ਮੈਰਿਜਵਾਨਾ ਤੋਂ ਦੂਰ ਰਹਿਣਾ ਹੈ, ਬਾਰਸ ਤੋਂ ਦੂਰ ਰਹਿਣਾ ਹੈ, ਪਬ ਤੋਂ ਦੂਰ ਰਹਿਣਾ ਹੈ, ਹੁੱਕਾ ਤੋਂ ਦੂਰ ਰਹਿਣਾ ਹੈ ਨਾ। ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਹੈਗਾ, ਹੈ ਨਾ। ਸੋਚ ਸਮਝ ਕੇ ਨਾਰਮਲ ਨੈਚੁਰਲ ਪ੍ਰੋਟੀਨਸ ਲੈਣੇ ਨੇ, ਨੈਚੁਰਲ ਐਨਵਾਇਰਨਮੈਂਟ 'ਚ ਰਹਿਣਾ ਹੈ, ਨੇਚਰ ਵੱਲੋਂ ਲੈ ਕੇ ਪੋਜ਼ਿਟਿਵ ਐਨਰਜੀ ਡਿਸਟ੍ਰੀਬਿਊਟ ਕਰਨੀ ਹੈ, ਤਾਂ ਹੀ ਆਪਾਂ ਹੈਲਦੀ ਹੋਵਾਂਗੇ। ਡਾਈਟ ਦਾ ਕੀ ਰੋਲ ਹੁੰਦਾ ਇਸ ਵਿੱਚ? ਆਫ ਕੋਰਸ ਡਾਈਟ ਦੇ ਵਿੱਚ ਦੇਖੋ ਬੜਾ ਇੰਪੋਰਟੈਂਟ ਹੈਗਾ, ਜਿਵੇਂ ਅਸੀਂ ਕਿਹਾ ਕਿ ਫੈਟੀ ਫੂਡ ਨਹੀਂ ਹੋਣਾ ਚਾਹੀਦਾ, ਹੈ ਨਾ। ਫੈਟੀ ਐਂਡ ਫਰਾਈਡ ਫੂਡ ਇਜ਼ ਨਾਟ ਗੁੱਡ। ਜਿਹੜਾ ਘਰ ਦਾ ਬਣਿਆ ਹੋਇਆ ਨਾਰਮਲ ਫੂਡ ਹੈ, ਦੈਟ ਇਜ਼ ਵੈਰੀ ਗੁੱਡ, ਹੈ ਨਾ। ਉਹਦੇ ਵਿੱਚ ਵੀ ਅਸੀਂ ਜਿਹੜਾ ਸੇਵਨ ਹੈਗਾ ਹੈ, ਕੋਸ਼ਿਸ਼ ਕਰੀਏ ਅਵੋਇਡ ਕਰੀਏ ਐਕਸੈਸ ਫੈਟ ਦਾ ਕਰਨ ਦੇ ਵਿੱਚ। ਫਰੂਟਸ ਐਂਡ ਵੈਜੀਟੇਬਲਸ ਆਰ ਵੈਰੀ ਗੁੱਡ। ਤੁਸੀਂ ਇੰਨਾ ਹੀ ਯਾਦ ਰੱਖ ਲਓ ਕਿ ਜਿਹੜੀਆਂ ਕਲਰਡ ਚੀਜ਼ਾਂ ਉਹ ਬੜੀ ਚੰਗੀਆਂ ਨੇ, ਹੈ ਨਾ। ਫਰੂਟਸ ਆਰ ਕਲਰਫੁਲ, ਵੈਜੀਟੇਬਲਸ ਆਰ ਕਲਰਫੁਲ। ਤਾਂ ਕਲਰਫੁਲ ਡਾਈਟ ਚਾਹੀਦੀ ਹੈਗੀ ਹੈ ਨਾ। ਦੂਰ ਰਹਿਣਾ ਹੈਗਾ ਜਿਹੜੇ ਮਤਲਬ ਕਾਫੀ ਮੋਟਾਪੇ ਲਈ ਵੀ ਇਹ ਬੜਾ ਇੰਪੋਰਟੈਂਟ ਹੈ ਕਿ ਜਿਹੜਾ ਸ਼ੂਗਰ ਫਿਲਡ ਚੀਜ਼ਾਂ ਹੁੰਦੀਆਂ, ਜਿਵੇਂ ਵੀ ਨੋ ਪੋਟੈਟੋਜ਼ ਹੋ ਗਏ, ਵੀਟ ਹੋ ਗਈ, ਇਹਨਾਂ ਚੀਜ਼ਾਂ ਦੇ ਸੇਵਨ ਤੋਂ ਜ਼ਿਆਦਾ ਬੈਟਰ ਹੈਗਾ ਕਿ ਅਸੀਂ ਫਰੂਟਸ, ਵੈਜੀਟੇਬਲ, ਗੁੱਡ ਅਮਾਊਂਟ ਆਫ ਲਿਕਵਿਡ ਤੇ ਵਾਟਰ ਇਨਟੇਕ ਵੱਲ ਚਲੀਏ, ਤੇ ਡਾਇਟ ਕੈਨ ਬੀ ਬੈਟਰ। ਤੇ ਮੈਮ ਲਾਈਕ ਅਸੀਂ ਘਰ ਬੈਠੇ ਹੁਣ ਲਾਈਕ ਆਪਣੇ ਆਪ ਸਾਨੂੰ ਕਦੋਂ ਇੱਕ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਕਿ ਸਾਨੂੰ ਪਤਾ ਲੱਗ ਜਾਏ ਕਿ ਵੀ ਸਾਨੂੰ ਕੋਈ ਪ੍ਰੋਬਲਮ ਸਟਾਰਟ ਹੋ ਰਹੀ ਹੈ, ਜਾਂ ਕਿੱਦਾਂ ਸਾਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ? ਡਾਕਟਰ ਨੂੰ ਕੰਸਲਟ ਕਰਨ ਦਾ ਟਾਈਮ ਹੈ ਜਦੋਂ ਸਾਨੂੰ ਸਿੰਪਟਮਸ ਆਉਣ ਕੁਝ, ਹੈ ਨਾ। ਤੇ ਇਹ ਸਿੰਪਟੋਮੈਟਿਕ ਵੀ ਅਸੀਂ ਜਾ ਸਕਦੇ ਹਾਂ ਜੇ ਕੋਈ ਫੈਮਿਲੀ ਹਿਸਟਰੀ ਹੈਗੀ, ਜਾਂ ਰੂਟੀਨ ਹੈਲਥ ਚੈੱਕਅਪ ਕਰਾ ਸਕਦੇ ਹਾਂ ਸਾਲ ਦੇ ਵਿੱਚ ਇੱਕ ਵਾਰੀ, ਖਾਸ ਕਰਕੇ ਜਦੋਂ ਸਾਡੀ ਉਮਰ 40+ ਹੋਵੇ, ਉਹ ਤਾਂ ਇੰਪੋਰਟੈਂਟ ਹੈ ਹੀ ਹੈ। ਲੇਕਿਨ ਜਦੋਂ ਸਿੰਪਟਮਸ ਕੁਛ ਆਉਣ, ਜਿਵੇਂ ਚੈਸਟ ਦੇ ਵਿੱਚ ਪੇਨ ਹੋਣਾ, ਤੁਰਨ ਲੱਗੇ, ਜੇ ਕਿਸੇ ਨੂੰ ਛਾਤੀ 'ਚ ਦਰਦ ਹੋਵੇ ਤੇ ਉਹ ਹਾਰਟ ਦੀ ਪੇਨ ਹੋ ਸਕਦੀ ਹੈਗੀ ਹੈ, ਠੀਕ ਹੈ। ਕਿਸੇ ਨੂੰ ਤੁਰਨ ਲੱਗੇ ਸਾਹ ਚੜ੍ਹਦਾ ਹੈ, ਇਹ ਸਾਹ ਚੜ੍ਹਨ ਦਾ ਕਾਰਨ ਵੀ ਹਾਰਟ ਕਰਕੇ ਹੋ ਸਕਦਾ ਹੈ, ਬੀਪੀ ਕਰਕੇ ਹੋ ਸਕਦਾ ਹੈ ਨਾ। ਕੋਈ ਛਾਤੀ 'ਚ ਦਰਦ ਹੋਣਾ, ਇੱਕਦਮ ਪਸੀਨਾ ਛੁੱਟ ਜਾਣਾ, ਚੱਕਰ ਆਣਾ, ਤਰੇਲੀ ਆਣਾ, ਡਿੱਗ ਜਾਣਾ ਕਿਤੇ ਅਚਾਨਕ ਕੰਮ ਕਰਨ ਲੱਗੇ। ਵੀ ਹਾਰਟ ਡਿਜ਼ੀਜ਼ ਹੋ ਜਾਂਦੇ ਆ, ਮਤਲਬ ਪ੍ਰੈਗਨੈਂਸੀ ਦੇ ਦੌਰਾਨ ਹਾਰਟ ਵੀਕ ਹੋ ਸਕਦਾ ਹੈ, ਬੀਪੀ ਵੱਧ ਸਕਦਾ ਹੈ, ਅਟੈਕ ਆ ਸਕਦਾ ਉਸ ਵੇਲੇ। ਅਟੈਕ ਹਾਂ ਆ ਸਕਦਾ ਹੈਗਾ, ਹਾਲਾਂਕਿ ਉਹਦੇ ਚਾਂਸਸ ਘੱਟ ਹੁੰਦੇ ਨੇ। ਕੁਝ ਵਿਮਨ ਦੇ ਵਿੱਚ ਅਟੈਕ ਆ ਸਕਦਾ ਹੈਗਾ, ਠੀਕ ਹੈ। ਕੁਝ ਕੋਰਨਰੀ ਆਰਟਰੀਜ਼ ਦੀ ਡਾਇਸੈਕਸ਼ਨ ਹੋ
ਜਾਂਦੀ ਹੈ, ਜਿਹਨੂੰ ਅਸੀਂ ਪ੍ਰੈਗਨੈਂਸੀ ਦੇ ਵਿੱਚ ਕਹਿੰਦੇ ਹਾਂ ਸਪੌਂਟੇਨੀਅਸ ਕੋਰਨਰੀ ਆਰਟਰੀ ਡਾਇਸੈਕਸ਼ਨ, ਉਹ ਰੇਅਰ ਹੁੰਦੀ ਹੈ, ਉਹ ਇੰਨੀ ਫਰੀਕੁਐਂਟ ਨਹੀਂ ਹੁੰਦੀ ਹੈਗੀ, ਲੇਕਿਨ ਹੋ ਸਕਦੀ ਹੈ। ਜੇ ਪ੍ਰੈਗਨੈਂਸੀ ਦੇ ਦੌਰਾਨ ਵੀ ਸੀਵੀਅਰ ਚੈਸਟ ਪੇਨ ਹੋਵੇ, ਧੜਕਨ ਐਬਨੋਰਮਲ ਬਹੁਤ ਜ਼ਿਆਦਾ ਹੋ ਜਾਏ, ਨਾਰਮਲ ਤੋਂ ਕਾਫੀ ਜ਼ਿਆਦਾ ਤੇਜ਼ ਧੜਕਨ ਜਿਹੜੀ ਬਰਦਾਸ਼ਤ ਨਾ ਹੋਵੇ, ਜਾਂ ਇੱਕਦਮ ਪਸੀਨਾ ਛੁੱਟ ਜਾਣਾ ਹੈ ਨਾ, ਚੱਕਰ ਆ ਜਾਣਾ, ਡਿੱਗ ਜਾਣਾ, ਆਹ ਸਿੰਪਟਮਸ ਹੋਣ, ਜਾਂ ਸਾਹ ਨਾਰਮਲ ਪ੍ਰੈਗਨੈਂਸੀ ਦੇ ਵਿੱਚ ਵੀ ਚੜ ਜਾਂਦਾ, ਲੇਕਿਨ ਬਹੁਤ ਜ਼ਿਆਦਾ ਸਾਹ ਚੜਨਾ, ਘੁੱਟਣ ਹੋਣਾ, ਸੈਚੂਰੇਸ਼ਨ ਦਾ ਫਾਲ ਕਰ ਜਾਣਾ, ਇਹੋ ਜਿਹੀਆਂ ਸਿਚੁਏਸ਼ਨਸ ਦੇ ਵਿੱਚ ਆਪਣੇ ਗਾਇਨੋਕੋਲੋਜਿਸਟ ਨੂੰ ਤੇ ਹੋ ਸਕੇ ਤਾਂ ਆਪਣੇ ਫਿਜ਼ੀਸ਼ੀਅਨ ਨੂੰ ਵੀ ਕੰਸਲਟ ਕਰੋ। ਪ੍ਰੈਗਨੈਂਸੀ ਦੇ ਵਿੱਚ ਚੀਜ਼ਾਂ ਮਿਸ ਕਿਉਂ ਹੁੰਦੀਆਂ? ਬੰਦਾ ਕਈ ਵਾਰੀ ਸੋਚ ਜਾਂਦਾ ਇੱਕ ਪ੍ਰੈਗਨੈਂਸੀ ਹੈ, ਇਹ ਵੈਸੇ ਹੀ ਨਾਰਮਲ ਚੇਂਜਸ ਹੀ ਹੋਣੇ ਨੇ, ਹੈ ਨਾ। ਹੁਣ ਸੋਜਾ ਹੈ ਪੈਰਾਂ ਦੇ ਵਿੱਚ, ਨਾਰਮਲ ਵੀ ਪ੍ਰੈਗਨੈਂਸੀ ਦੇ ਵਿੱਚ ਆ ਸਕਦਾ ਹੈ, ਲੇਕਿਨ ਜੇ ਨਾਰਮਲ ਤੋਂ ਜ਼ਿਆਦਾ ਹੋਵੇ, ਨਾਲੇ ਸਾਹ ਚੜੇ, ਧੜਕਨ ਤੇਜ਼ ਹੋਵੇ, ਛਾਤੀ 'ਚ ਦਰਦ ਹੋਵੇ, ਇਹ ਹਾਰਟ ਦੀ ਹੋਣ ਵਾਲੀ ਪ੍ਰੋਬਲਮ ਦੀ ਨਿਸ਼ਾਨੀ ਹੋ ਸਕਦਾ ਹੈ, ਖਾਸ ਕਰਕੇ ਵੀਕ ਹਾਰਟ ਹੋਣ ਦੀ ਨਿਸ਼ਾਨੀ ਹੋ ਸਕਦੀ ਹੈ। ਮੈਸੇਜ ਕੀ ਦੇਣਾ ਚਾਹੋਗੇ ਮੈਮ? ਇੱਕ ਖੈਰ ਮੈਸੇਜ ਤਾਂ ਇਹੋ ਰਹੇਗਾ ਦੈਟ ਸਾਨੂੰ ਇੱਕ ਬੜਾ ਹੀ ਸਵਸਥ ਸਮਾਜ ਚਾਹੀਦਾ। ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਕੋਲ ਪੇਸ਼ੈਂਟਸ ਆਉਣ, ਪ੍ਰੀਵੈਂਸ਼ਨ ਲਈ ਆਉਣ। ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਸਾਨੂੰ ਆਪਣੇ ਆਪ ਨੂੰ ਹੈਲਦੀ ਰੱਖਣ ਲਈ ਨੇਚਰ ਦੇ ਨਾਲ ਇਕਜੁੱਟ ਹੋਣਾ ਹੈਗਾ। ਇੱਕ ਸਹੀ ਡਾਇਟ, ਇੱਕ ਸਹੀ ਵਿਆਇਆਮ ਦੀ ਕਿਰਿਆ ਅਤੇ ਇੱਕ ਖੁਸ਼ ਰਹਿਣ ਦੀ ਕਿਰਿਆ ਸਾਨੂੰ ਕਾਫੀ ਜ਼ਿਆਦਾ ਹੈਲਪ ਕਰ ਸਕਦੀ ਹੈ। ਸਟੇ ਹੈਪੀ, ਸਟੇ ਹੈਲਦੀ, ਟੇਕ ਕੇਅਰ ਆਫ ਯੋਰ ਹੈਲਥ ਐਂਡ ਕੀਪ ਮੀਟਿੰਗ ਯੋਰ ਡਾਕਟਰਸ। ਤਾਂ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਮੈਂ ਸ਼ੁਭਪ੍ਰੀਤ ਕੌਰ, ਕੈਮਰਾਮੈਨ ਸਤਵੰਤ ਦੇ ਨਾਲ, ਲੁਧਿਆਣਾ ਟਾਈਮਸ।